ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ, ਕੋਟ ਬ੍ਰਹਮੰਡਾ ਦੇ ਮਾਲਕ ਜਗਦੀ ਜੋਤ, ਜਹਰ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ ਜਗਤ ਗੁਰੂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੇ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਬਿਖੈ ਭਵ ਲਇਓ। ਹਮ ਇਹ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ। ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਅਨ ਪਕਰ ਪਛਾਰੋ। ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਹੋ ਸਾਧੂ ਸਭ ਮਨਮੰ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕਉ ਮੂਲ ਉਪਾੜਨ। ਧੰਨ ਧੰਨ ਕਲਗੀਧਰ ਪਿਤਾ ਬਾਲਾ ਪ੍ਰੀਤਮ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ਼ਾਮ ਵੇਲੇ ਦੇ ਅੰਮ੍ਰਿਤਮਈ ਦੀਵਾਨ ਸਜ ਰਹੇ ਨੇ। ਸ੍ਰੀ ਰਹਿਰਾਸ ਸਾਹਿਬ ਦੇ ਜਾਪ, ਆਰਤੀ ਆਰਤਾ ਅਰਦਾਸ ਉਪਰੰਤ ਪਾਵਨ ਸਤਿਗੁਰਾਂ ਦੇ ਮੁਖ ਵਾਕ ਆਪ ਜੀਆਂ ਨੇ ਬੜੇ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤੇ ਹਨ। ਹੁਣ ਜੋ ਲੜੀਵਾਰ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ, ਸਿੱਖ ਪੰਥ ਦੇ ਮਾਇਆਨਾਜ਼ ਹਸਤੀ ਵਿਦਿਆ ਮਾਰਤੰਡ ਸਿੰਘ ਸਾਹਿਬ ਸੰਤ ਕਵੀ ਸੰਤੋਖ ਸਿੰਘ ਜੀ ਚੂੜਾਮਣ, ਜਿਨ੍ਹਾਂ ਬਾਬਤ ਸਿੱਖ ਪੰਥ ਨੇ ਕਵੀ ਜੀ ਨੂੰ ਚੂੜਾਮਣ ਦੀ ਉਪਾਧੀ ਦਿੱਤੀ ਹੈ। ਭਾਵ ਕਿ ਸਾਧ ਸੰਗਤ ਜੀ, ਜਿਵੇਂ ਸਾਡੇ ਸਿਰ ਦੇ ਉੱਤੇ ਜੂੜਾ ਹੁੰਦਾ ਹੈ ਨਾ, ਜੂੜਾ ਸਾਰਿਆਂ ਨਾਲੋਂ ਸ੍ਰੇਸ਼ਟ ਅਤੇ ਉੱਚਾ ਹੁੰਦਾ ਹੈ, ਅਤੇ ਕੇਸਾਂ ਦੇ ਉੱਤੇ ਸਿਰ ਦੇ ਉੱਤੇ ਜੂੜਾ ਸ਼ੋਭਦਾ ਹੈ, ਫੱਬਦਾ ਹੈ, ਸਜਦਾ ਹੈ। ਅਤੇ ਜੂੜੇ ਦੇ ਵਿੱਚ ਕੋਈ ਸੋਹਣੀ ਜਿਹੀ ਮਣੀ, ਕੋਈ ਹੀਰਾ ਸਾਧ ਸੰਗਤ ਜੀ ਟਿਕਾ ਦਿੱਤਾ ਜਾਵੇ, ਉਸ ਨੂੰ ਕਹਿੰਦੇ ਨੇ ਚੂੜਾ ਮਣੀ। ਭਾਵ ਕਿ ਸਭ ਤੋਂ ਸ੍ਰੇਸ਼ਟ, ਸਾਰਿਆਂ ਨਾਲੋਂ ਸ੍ਰੇਸ਼ਟ। ਇਹ ਸਿੱਖ ਪੰਥ ਨੇ ਚੂੜਾਮਣ ਕਵੀ ਜੀ, ਕਵੀ ਸੰਤੋਖ ਸਿੰਘ ਜੀ ਨੂੰ ਇਹ ਉਪਾਧੀ ਦਿੱਤੀ ਸੀ, ਵਡਿਆਇਆ ਸੀ, ਕਿਉਂਕਿ ਉਹਨਾਂ ਨੇ 14 ਗ੍ਰੰਥਾਂ ਵਿੱਚ ਦਸਾਂ ਸਤਿਗੁਰਾਂ ਦਾ ਪਾਵਨ ਇਤਿਹਾਸ ਸਾਧ ਸੰਗਤ ਜੀ ਛੰਦਾਂ ਬੰਦਾਂ ਦੇ ਵਿੱਚ ਵੰਨ ਸਵੰਨੇ ਛੰਦ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖਣਾ ਕੀਤੇ ਨੇ। ਇਹਦੇ ਪਹਿਲੇ 4 ਭਾਗ, ਜਿਸ ਨੂੰ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵੀ ਕਹਿੰਦੇ ਨੇ, 4 ਭਾਗਾਂ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਹੈ, ਅਤੇ ਦਸਾਂ ਸਤਿਗੁਰਾਂ ਦਾ ਇਤਿਹਾਸ ਸਾਰਾ ਹੀ 14 ਗ੍ਰੰਥਾਂ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ, ਮੈਨੂੰ ਲੱਗਦਾ ਵੀ ਤਕਰੀਬਨ ਸਾਰੀ ਵਿਦਿਆ ਜਿਹੜੀ ਹੈ ਉਹਨੂੰ ਨਿਚੋੜ ਕਰਕੇ ਕਵੀ ਜੀ ਨੇ ਇਹਨਾਂ ਗ੍ਰੰਥਾਂ ਦੇ ਵਿੱਚ ਟਿਕਾਇਆ ਹੋਇਆ ਹੈ। ਰੋਹ ਵਿਚਾਰ 6ਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਸਤਿਗੁਰੂ ਜੀ ਦਾ ਪਾਵਨ ਇਤਿਹਾਸ ਲੜੀਵਾਰ ਚੱਲ ਰਿਹਾ ਹੈ। ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰਉਪਕਾਰੀ। ਪਰਉਪਕਾਰੀ ਸਤਿਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਨ ਦੁਨੀਆ ਦੀ ਕਲਿਆਣ ਕਰਨ ਵਾਸਤੇ ਪੰਜਾਬ ਦੀ ਧਰਤੀ 'ਤੇ ਵਿਚਰ ਰਹੇ ਨੇ। ਸਤਿਗੁਰੂ ਸਾਹਿਬ ਜੀ ਅੱਜ ਦੇ ਦੀਵਾਨਾਂ ਦੇ ਵਿੱਚ ਸ੍ਰੀ ਤਰਨ ਤਾਰਨ ਸਾਹਿਬ, ਸ੍ਰੀ ਚੋਲਾ ਸਾਹਿਬ,
ਇਹਨਾਂ ਪਾਵਨ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਸਤਿਗੁਰੂ ਜੀ ਜਾ ਰਹੇ ਨੇ। ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰੋ। ਸਤਿਗੁਰੂ ਸਾਹਿਬ ਜੀ ਦੇ ਪਾਵਨ ਇਤਿਹਾਸ ਨੂੰ ਸਾਧ ਸੰਗਤ ਜੀ ਗਿਆਨ ਰੂਪੀ ਵਿਵੇਕ ਰੂਪੀ ਨੇਤਰਾਂ ਦੇ ਨਾਲ ਤੱਕ ਕਰਕੇ ਆਪਣਾ ਜੀਵਨ ਸਫਲਾ ਕਰਨਾ ਕਰੀਏ। ਸੋ ਆਓ ਗੁਰੂ ਦੇ ਇਤਿਹਾਸ ਦੀ ਲੜੀ ਨੂੰ ਆਰੰਭ ਕਰੀਏ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ इस प्रकार श्री सतगुरु केतक दिवस बिताए। इस तरह सतगुरु श्री गुरु हरगोबिंद साहिब महाराज जी ने किन्ने के दिन जेड़े ने बतीत कीते हन। पावस मास सो भाद्रपद आवत भा सुखदाए। कहते ने पावस दे दिन भाव के वर्खा दी रुति जिहड़ी है ਉਹਦਾ ਸਾਧ ਸੰਗਤ ਜੀ ਆਰੰਭ ਹੋ ਗਿਆ ਹੈ। ਭਾਦੋਂ ਦਾ ਮਹੀਨਾ ਹੈ। ਹੁਣ ਅੱਜ ਕੱਲ੍ਹ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਚੇਤ ਵਿਸਾਖ ਜੇਠ ਹਾੜ ਸਾਵਣ ਭਾਦੋਂ ਅੱਸੂ ਕੱਤਕ ਮੱਘਰ ਪੋਹ ਮਾਘ ਫੱਗਣ ਇਹਨਾਂ ਮਹੀਨਿਆਂ ਬਾਰੇ ਬੱਚਿਆਂ ਨੂੰ ਪਤਾ ਹੀ ਨਹੀਂਗਾ। ਸੁਦੀ ਵਖ ਕੀ ਹੈ ਵਦੀ ਪੱਖ ਕੀ ਹੈ ਬਿਲਕੁਲ ਨਹੀਂ ਪਤਾ। ਸਿਰਫ ਜਨਵਰੀ ਫਰਵਰੀ ਦਾ ਤਾਂ ਪਤਾ ਹੈ, ਸੰਡੇ ਮੰਡੇ ਦਾ ਪਤਾ ਹੈ। ਪਰ ਜੋ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਜਿਹੜੇ ਮਹੀਨੇ ਲਿਖੇ ਨੇ ਉਹਨਾਂ ਬਾਰੇ ਅੱਜ ਦੇ ਨੌਜਵਾਨਾਂ ਨੂੰ ਬਿਲਕੁਲ ਨਹੀਂ ਪਤਾ। ਕਿਉਂਕਿ ਜਦੋਂ ਅੰਗਰੇਜ਼ ਆਏ ਉਹਨਾਂ ਨੇ ਆਪਣੀ ਪੜ੍ਹਾਈ ਸਾਨੂੰ ਪੜ੍ਹਾਈ ਅਤੇ ਅਸੀਂ ਖੁਸ਼ ਹੋ ਕਰਕੇ ਪੜ੍ਹੇ ਵੀ। ਠੀਕ ਹੈ, ਦੁਨੀਆ ਦੀ ਸਾਰੀ ਵਿੱਦਿਆ ਪੜ੍ਹਨੀ ਚਾਹੀਦੀ ਹੈ, ਪਰ ਆਪਣੇ ਸੰਸਕਾਰ ਆਪਣੀ ਵਿੱਦਿਆ ਨੂੰ ਤਿਆਗ ਕਰਕੇ ਆਪਣੀ ਵਿੱਦਿਆ ਨੂੰ ਅੱਖ ਪਰੋਖੇ ਕਰਕੇ ਹੋਰਨਾਂ ਦੀ ਵਿੱਦਿਆ ਨੂੰ ਪੜ੍ਹਨਾ ਸਾਧ ਸੰਗਤ ਜੀ ਸ਼ੋਭਦਾ ਨਹੀਂ ਹੈ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦੇਸੀ ਮਹੀਨੇ ਲਿਖੇ ਹੋਏ ਨੇ ਥਾਂ ਥਾਂ 'ਤੇ 12 ਮਹੀਨੇ। ਸਾਧ ਸੰਗਤ ਜੀ 12 ਮਾਹਾਂ ਦੀ ਪਾਵਨ ਬਾਣੀ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ 12 ਦੇਸੀ ਮਹੀਨਿਆਂ ਦੁਆਰਾ ਪਾਵਨ ਉਪਦੇਸ਼ ਦਿੱਤਾ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ 12 ਮਾਹ ਤੁਖਾਰੀ ਰਾਗ ਦੇ ਵਿੱਚ ਉਚਾਰਨ ਕਰਕੇ ਇਹਨਾਂ ਦੇਸੀ ਮਹੀਨਿਆਂ ਦੇ ਰਾਹੀਂ ਪਾਵਨ ਉਪਦੇਸ਼ ਜੀਵਾਂ ਦੀ ਕਲਿਆਣ ਕਰਨ ਵਾਸਤੇ ਗੁਰਬਾਣੀ ਦਾ ਉਚਾਰਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕਿਤੇ ਵੀ ਜਨਵਰੀ ਫਰਵਰੀ ਮਾਰਚ ਅਪ੍ਰੈਲ ਇਹ ਮਹੀਨੇ ਨਹੀਂ ਜੇ ਆਉਂਦੇ। ਇਸ ਕਰਕੇ ਠੀਕ ਹੈ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ, ਪਰ ਨਾਲ ਦੇ ਨਾਲ ਸਾਨੂੰ ਆਪਣੇ ਬੱਚਿਆਂ ਨੂੰ ਇਹ ਦੇਸੀ ਮਹੀਨੇ ਵੀ ਸਾਧ ਸੰਗਤ ਜੀ ਯਾਦ ਹੋਣੇ ਚਾਹੀਦੇ ਨੇ। ਪਤਾ ਹੋਣਾ ਚਾਹੀਦਾ ਵੀ ਅੱਜ ਇੱਕ ਸਾਵਣ ਹੈ, ਪਤਾ ਹੋਣਾ ਚਾਹੀਦਾ ਵੀ ਭਾਦਰੋਂ ਦਾ ਮਹੀਨਾ ਚੜ੍ਹਿਆ ਹੈ, ਅੱਜ ਜੀ ਸੰਗਰਾਂਦ ਹੈ, ਕਿਸ ਮਹੀਨੇ ਦੀ ਸੰਗਰਾਂਦ ਹੈ। ਘੱਟੋ ਘੱਟ ਅਸੀਂ ਆਪਣੇ ਬੱਚਿਆਂ ਨੂੰ ਇੰਨਾ ਕੁ ਤਾਂ ਨੌਲੇਜ ਸਾਨੂੰ ਦੇਣਾ ਚਾਹੀਦਾ ਹੈ। ਕਿਉਂਕਿ ਜੇ ਇਹ ਨੌਲੇਜ ਹੋਵੇਗੀ ਫਿਰ ਸਾਧ ਸੰਗਤ ਜੀ ਗੁਰਬਾਣੀ ਵਿੱਚ ਜੋ ਲਿਖਿਆ ਹੈ ਉਹਦੀ ਪ੍ਰੋੜਤਾ ਹੋਵੇਗੀ, ਉਸ ਨੂੰ ਆਪਾਂ ਪ੍ਰਮੋਟ ਕਰਾਂਗੇ। ਨਹੀਂ ਤਾਂ ਕਈ ਜਿਹੜੇ ਅਣਜਾਣ ਬੱਚੇ ਕਈ ਸਾਧ ਸੰਗਤ ਜੀ ਪੰਜਾਬ ਤੋਂ ਆਉਂਦੇ ਨੇ, ਡੇਟਾਂ ਜਿਹੜੀਆਂ ਨੇ ਆਪ ਜੀ ਹੁਣ ਪਰਿਕਰਮਾ ਕਰਕੇ ਤਖਤ ਸਾਹਿਬ ਦੇ ਪਿਛਲੇ ਪਾਸੇ ਦਰਸ਼ਨ ਕਰਨ ਵਾਸਤੇ ਜਾਓਗੇ, ਜਿੱਥੇ ਪੰਗੂੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਿਰਾਜਮਾਨ ਨੇ। ਇੱਥੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅਵਤਾਰ ਹੋਇਆ ਹੈ। ਇਹ ਜਿਹੜਾ ਪੰਗੂੜਾ ਸਾਹਿਬ ਜਿੱਥੇ 10ਵੇਂ ਪਾਤਸ਼ਾਹ ਦੀ ਫੋਟੋ ਆਪ ਜੀ ਦਰਸ਼ਨ ਕਰ ਰਹੇ ਹੋ, ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪਾਵਨ ਅਵਤਾਰ ਹੋਇਆ ਹੈ। ਅਤੇ ਇਸ ਪਾਵਨ ਅਵਤਾਰ ਦੇ ਬਿਲਕੁਲ ਹੇਠਾਂ ਸਾਧ ਸੰਗਤ ਜੀ ਕੁਝ ਲਿਖਿਆ ਹੋਇਆ ਹੈ। ਉਹਦੇ ਡੇਟ ਜਿਹੜੇ ਨੇ ਨਾ, ਤਰੀਕਾਂ ਜਿਹੜੀਆਂ ਨੇ ਨਾ, ਉਹ ਦੇਸੀ ਮਹੀਨਿਆਂ ਦੀ ਨੇ। ਅੱਜ ਦੇ ਨੌਜਵਾਨਾਂ ਨੂੰ ਉਹਨਾਂ ਬਾਰੇ ਬਿਲਕੁਲ ਨਹੀਂ ਪਤਾ। ਕਿਉਂਕਿ ਉਹਨਾਂ ਨੇ ਸਕੂਲਾਂ ਵਿੱਚ ਉਹੀ ਪੜ੍ਹਾਈ ਕੀਤੀ ਹੈ। ਪਰ ਇਹ ਸਾਡਾ ਫਰਜ਼ ਹੈ, ਘਰਾਂ ਦੇ ਵਿੱਚ ਜਿਹੜੇ ਰਹਿੰਦੇ ਨੇ ਪੁਰਾਣੇ ਬਜ਼ੁਰਗ, ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਦੇਸੀ ਮਹੀਨਿਆਂ ਬਾਰੇ ਦੱਸੀਏ ਕਿ ਚੇਤ ਦਾ ਮਹੀਨਾ ਕਦੋਂ ਚੜ੍ਹਦਾ ਆ, ਵਿਸਾਖ ਦਾ ਮਹੀਨਾ ਕਦੋਂ ਚੜ੍ਹਦਾ ਹੈ, ਰਿਤ ਕਿੰਨੇ ਕੁ ਸਾਧ ਸੰਗਤ ਜੀ ਰਿਤੂ ਜਿਹੜੇ ਨੇ ਨਾ ਇਹ ਕਿੰਨੇ ਕੁ ਹੁੰਦੇ ਨੇ 12 ਮਹੀਨਿਆਂ ਦੇ ਵਿੱਚ। ਇਹਦੇ ਬਾਬਤ ਸਾਨੂੰ ਸਾਡੇ ਬੱਚਿਆਂ ਨੂੰ ਪੜ੍ਹਾਉਣਾ ਜ਼ਰੂਰੀ ਹੈ। ਨਹੀਂ ਪੜ੍ਹਾਵਾਂਗੇ ਤਾਂ ਸਾਧ ਸੰਗਤ ਜੀ ਕਨਫਿਊਜ਼ਨ ਜਿਹੜੀ ਹੈ ਨਾ, ਭਰਮ ਉਹ ਪੈਦਾ ਹੋ ਜਾਵੇਗਾ।
ਸਾਧ ਸੰਗਤ ਜੀ ਕਿਵੇਂ ਭਰਮ ਪੈਦਾ ਹੁੰਦਾ ਹੈ? ਦੋ ਕੈਲੰਡਰ ਨੇ, ਇੱਕ ਤਾਂ ਸਾਡਾ ਦੇਸੀ ਮਹੀਨਿਆਂ ਦਾ ਕੈਲੰਡਰ ਹੈ, ਦੂਸਰਾ ਕੈਲੰਡਰ ਸਾਧ ਸੰਗਤ ਜੀ ਅੰਗਰੇਜ਼ੀ ਕੈਲੰਡਰ ਹੈ। ਹੁਣ ਜੇ ਆਪਾਂ ਦੇਸੀ ਮਹੀਨੇ ਆਪਾਂ ਕਹਾਂਗੇ ਜੀ ਸੰਗਰਾਂਦ ਆਈ ਹੈ, ਸੰਗਰਾਂਦ ਬੱਚਿਆਂ ਨੂੰ ਬਿਲਕੁਲ ਨਹੀਂ ਸਮਝੇਗਾ। ਜੇ ਆਪਾਂ ਕਹਾਂਗੇ ਲਓ ਜੀ ਸੰਡੇ ਆ, ਆਪਾਂ ਗੁਰੂ ਘਰ ਜਾਣਾ ਆ, ਉਹਨਾਂ ਨੂੰ ਬਿਲਕੁਲ ਸਪਸ਼ਟ ਸਾਫ਼ ਉਹਨਾਂ ਦੇ ਦਿਮਾਗ ਦੇ ਵਿੱਚ ਹੈ ਸੰਡੇ ਨੂੰ ਛੁੱਟੀ ਹੁੰਦੀ ਹੈ, ਆਪਾਂ ਗੁਰੂ ਘਰ ਜਾਣਾ ਆ। ਅਤੇ ਸੰਡੇ ਤਾਂ ਸਾਧ ਸੰਗਤ ਜੀ ਸਾਡਾ ਕੋਈ ਦਿਨ ਹੀ ਨਹੀਂ ਹੈ। ਸਾਡੇ ਦਿਨ ਤਾਂ ਸੰਗਰਾਂਦ ਨੇ, ਪੂਰਨਮਾਸ਼ੀ, ਮੱਸਿਆ ਹੈ। ਇਹ ਸਾਡੇ ਦੇਸੀ ਮਹੀਨੇ, ਸਾਡੇ ਦੇਸੀ ਦਿਨ ਨੇ। ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਸਿਖਾਉਣਾ ਹੈ। ਠੀਕ ਹੈ, ਸਾਡਾ ਦੇਸ਼ ਅੱਜ ਵੀ ਅੰਗਰੇਜ਼ਾਂ ਦਾ ਹੀ ਗੁਲਾਮ ਹੈ। ਵੱਖਰੀ ਗੱਲ ਹੈ, ਪਹਿਲਾਂ ਗੋਰੇ ਅੰਗਰੇਜ਼ ਸਨ, ਹੁਣ ਕਾਲੇ ਅੰਗਰੇਜ਼ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਲਾਮ ਆਪਾਂ ਅੱਜ ਵੀ ਹਾਂ। ਗੁਰੂ ਮਹਾਰਾਜ ਕਿਰਪਾ ਕਰਨ, ਸਤਿਗੁਰੂ ਜੀ। ਸਾਧ ਸੰਗਤ ਜੀ, ਭਾਦੋ ਦਾ ਮਹੀਨਾ ਹੈ ਅਤੇ ਪਾਵਸ ਦੀ ਭਾਵ ਬਾਰਿਸ਼ ਦੇ ਦਿਨ ਸ਼ੁਰੂ ਹੋ ਗਏ ਹਨ। ਚੌਪਏ ਇੱਕ ਦਿਨ ਬੈਠੇ ਕਿਰਪਾ ਨਿਦਾਨਾ। ਸਾਰੇ ਸੁੱਖਾਂ ਨੂੰ ਦੇਣ ਵਾਲੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਕ ਦਿਨ ਕਿਰਪਾ ਦੇ ਖਜ਼ਾਨੇ, ਕਿਰਪਾ ਦੇ ਸਾਧ ਸੰਗਤ ਜੀ ਰਿੱਧੀਆਂ ਸਿੱਧੀਆਂ ਨਿਧੀਆਂ ਜਿਨ੍ਹਾਂ ਦੇ ਹੱਥਾਂ ਦੇ ਉੱਤੇ ਟਿੱਕੀਆਂ ਹੋਈਆਂ ਨੇ, ਜਿਨ੍ਹਾਂ ਦੇ ਅੱਖ ਫੁਰਕੇ ਮਾਤਰ, ਇਸ਼ਾਰੇ ਮਾਤਰ ਸਾਰੀਆਂ ਤਾਕਤਾਂ ਜਿਹੜੀਆਂ ਨੇ ਨਾ ਉਹ ਹੱਥ ਜੋੜ ਕਰਕੇ ਖਲੋਈਆਂ ਨੇ। ਉਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਆਸਨ 'ਤੇ ਇੱਕ ਦਿਨ ਬੈਠੇ ਹਨ। ਬ੍ਰਿੰਦ ਮਸੰਦਨ ਸੰਗ ਬਖਾਨਾ। ਜਿੰਨੇ ਵੀ ਸੇਵਾਦਾਰ ਸਨ, ਜਿੰਨੇ ਵੀ ਮਸੰਦ ਸਨ, ਜਿੰਨੇ ਵੀ ਸਾਧ ਸੰਗਤ ਜੀ ਸੂਰਮੇ ਸਨ, ਉਹਨਾਂ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ। ਲਿਖੋ ਹੁਕਮਨਾਮੇ ਸਭ ਥਾਨ। ਗੁਰੂ ਮਹਾਰਾਜ ਨੇ ਕੀ ਕਿਹਾ? ਕਹਿੰਦੇ ਨੇ ਮਸੰਦੋ, ਗੁਰਮੁਖੋ, ਸਾਰੇ ਪਾਸੇ ਸਾਰੀਆਂ ਸੰਗਤਾਂ ਨੂੰ ਸਾਡਾ ਹੁਕਮਨਾਮਾ ਲਿਖ ਕਰਕੇ ਭੇਜਣਾ ਕਰੋ। ਜਹ ਸਿੱਖ ਸੰਗਤ ਅਹ ਮਹਾਨ। ਜਿੱਥੇ ਜਿੱਥੇ ਸਾਰੇ ਪਾਸੇ ਸਿੱਖ ਸੰਗਤਾਂ ਆਪੋ ਆਪਣੇ ਘਰਾਂ ਵਿੱਚ ਰਹਿੰਦੀਆਂ ਨੇ, ਸਾਰੇ ਇਲਾਕਿਆਂ ਦੇ ਵਿੱਚ ਸਾਡੇ ਹੁਕਮਨਾਮੇ ਲਿਖ ਕਰਕੇ ਭੇਜਣਾ ਕਰੋ। ਤੀਰਥ ਤਰਨ ਤਾਰਨ ਚਲ ਆਵੈ। ਇੱਥੇ ਵੀ ਸਾਧ ਸੰਗਤ ਜੀ ਸਵੇਰੇ ਤਕਰੀਬਨ 9:30 ਵਜੇ ਦੇ ਸਮੇਂ ਸ੍ਰੀ ਦਰਬਾਰ ਸਾਹਿਬ ਵਿਖੇ ਪਾਵਨ ਸਥਾਨ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਪਾਵਨ ਹੁਕਮਨਾਮਿਆਂ ਦੇ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ, ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਨੇ। ਇਸ ਕਰਕੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਸਵੇਰੇ ਤਕਰੀਬਨ 9 ਵਜੇ ਦਰਬਾਰ ਦੇ ਵਿੱਚ ਆ ਜਾਣਾ ਆ, ਅਤੇ ਆ ਕਰਕੇ 9:30 ਵਜੇ ਸਾਧ ਸੰਗਤ ਜੀ ਤਕਰੀਬਨ ਸ਼ਸਤਰਾਂ ਦੇ ਦਰਸ਼ਨ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੈਂਡ ਰਿਟਨ, ਹੱਥਾਂ ਦੇ ਨਾਲ ਲਿਖੇ ਹੋਏ ਜਿਹੜੇ ਮੁਖਵਾਕ ਨੇ, ਜਿਹੜੇ ਹੁਕਮਨਾਮੇ ਨੇ, ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਜਿਹੜੇ ਆਪਣੇ ਹੱਥਾਂ ਦੇ ਨਾਲ, ਕਰ ਕਮਲਾਂ ਦੇ ਨਾਲ ਪਾਵਨ ਹੁਕਮਨਾਮੇ ਲਿਖੇ ਨੇ, ਉਹਨਾਂ ਦੇ ਦਰਸ਼ਨ ਕਰਨਾ ਹੈ। ਅਤੇ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਦੇ ਹੀ ਦਰਸ਼ਨ ਹੁੰਦੇ ਨੇ। ਇਹਨਾਂ ਹੁਕਮਨਾਮਿਆਂ ਵਿੱਚੋਂ ਸਤਿਗੁਰਾਂ ਦੇ ਪਾਵਨ ਦਰਸ਼ਨ ਦੀਦਾਰ ਹੁੰਦੇ ਨੇ। ਇਸ ਕਰਕੇ ਸਾਰੀਆਂ ਸੰਗਤਾਂ ਨੇ 9 ਵਜੇ ਤਕਰੀਬਨ ਦਰਬਾਰ ਦੇ ਵਿੱਚ ਹਾਜ਼ਰੀ ਭਰਨੀ ਹੈ। ਇਸ ਕਰਕੇ ਸਾਧ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਦੇ ਤਾਈਂ ਹੁਕਮਨਾਮੇ ਲਿਖ ਕੇ ਭੇਜਣ ਦਾ ਸਾਧ ਸੰਗਤ ਹਿਦਾਇਤ ਕੀਤੀ ਹੈ। ਦਿਵਸ ਦਰਸ ਕੇ ਦਰਸ਼ਨ ਪਾਵੈ। ਕਹਿੰਦੇ ਇਸ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਨੇ ਕਿ ਪੂਰਬ ਦਿਸ਼ਾ ਵਾਲੇ ਪਾਸੇ ਸਾਰੇ ਪਾਸੇ ਅਸੀਂ ਦਰਸ਼ਨ ਕਰਨੇ ਹਨ। ਕਰੈ ਸਨਾਨ ਲਹੈ ਫਲ ਚਾਰ। ਇਸ ਤਰ੍ਹਾਂ ਹੁਕਮਨਾਮਿਆਂ ਵਿੱਚ ਲਿਖਣਾ ਹੈ ਕਿ ਸੰਗਤਾਂ ਨੇ ਪੂਰਬ ਵਾਲੇ ਪਾਸੇ ਜਾ ਕਰਕੇ ਜਿੰਨੇ ਵੀ ਗੁਰੂ ਘਰ ਦੇ ਤੀਰਥ ਨੇ ਨਾ, ਪਾਵਨ ਗੁਰ ਇਤਿਹਾਸ ਦੇ ਇਤਿਹਾਸਿਕ ਅਸਥਾਨ ਨੇ, ਉਹਨਾਂ ਵਿੱਚ ਜਾ ਕਰਕੇ ਦਰਸ਼ਨ ਕਰਨੇ ਹਨ, ਇਸ਼ਨਾਨ ਪਾਣੀ ਕਰਨਾ ਹੈ। ਸੁਨਿਓ ਮਸੰਦਨ ਲਿਖੇ ਸੁਧਾਰ। ਸਤਿਗੁਰੂ ਸਾਹਿਬ ਜੀ ਦੇ ਪਾਵਨ ਸਾਧ ਸੰਗਤ ਜੀ ਮੁਖਾਰ ਬਿੰਦ ਤੋਂ ਹੁਕਮ ਸੁਣ ਕਰਕੇ ਸਾਰੇ ਮਸੰਦਾਂ ਨੇ ਇਸ ਤਰ੍ਹਾਂ ਹੁਕਮਨਾਮੇ ਲਿਖਣਾ ਕੀਤੇ। ਭਾਦਰੋ ਵਦੀ ਦਸਮੀ ਜਬ ਆਈ। ਭਾਦਰੋਂ ਦਾ ਮਹੀਨਾ ਹੈ ਅਤੇ ਵਧੀ ਪੱਖ ਹੈ। ਭਾਵ ਕਿ ਇੱਕ ਸੁਦੀ ਪੱਖ ਹੁੰਦਾ ਹੈ, ਇੱਕ ਵਧੀ ਪੱਖ ਹੁੰਦਾ ਹੈ, ਇੱਕ ਚਾਨਣ ਪੱਖ ਹੁੰਦਾ ਹੈ, ਇੱਕ ਹਨੇਰ ਪੱਖ ਹੁੰਦਾ ਹੈ।
ਇਸ ਤਰ੍ਹਾਂ ਵਧੀ ਪੱਖ ਵਿੱਚ 10ਵਾਂ ਦਿਨ ਸੀ। ਸ੍ਰੀ ਸਤਿਗੁਰ ਤਿਆਰੀ ਕਰਵਾਈ। ਹੁਣ ਸਾਧ ਸੰਗਤ ਜੀ, ਇਹ ਜਿਹੜੀਆਂ ਡੇਟਾਂ ਨੇ, ਜੋ ਡੇਟਸ ਜਿਹੜੀ ਹੈ ਗੁਰ ਇਤਿਹਾਸ ਦੇ ਵਿੱਚ ਆ ਰਹੀਆਂ ਨੇ, ਇਹਨਾਂ ਡੇਟਾਂ ਬਾਰੇ ਤਾਂ ਹੀ ਪਤਾ ਲੱਗੇਗਾ ਨਾ ਜੇ ਦੇਸੀ ਮਹੀਨਿਆਂ ਦੀ ਜਾਣਕਾਰੀ ਹੋਵੇਗੀ, ਜੇ ਪਤਾ ਹੋਵੇਗਾ ਕਿਹੜੀ ਸੰਗਰਾਂਦ ਹੈ, ਮੱਸਿਆ ਕਿਹਨੂੰ ਕਹਿੰਦੇ ਨੇ, ਪੂਰਨਮਾਸ਼ੀ ਦਾ ਕੀ ਮਤਲਬ ਹੈ, ਉਦੋਂ ਹੀ ਪਤਾ ਲੱਗੇਗਾ ਨਾ। ਇਸ ਕਰਕੇ ਸਾਨੂੰ ਆਪਣੇ ਇਤਿਹਾਸ ਨੂੰ, ਆਪਣੇ ਕਲਚਰ ਨੂੰ ਪੜ੍ਹਨਾ ਬਹੁਤ ਲਾਜ਼ਮੀ ਹੈ। ਗੁਰੂ ਮਹਾਰਾਜ ਸਤਿਗੁਰੂ ਸਾਹਿਬ ਜੀ ਨੇ ਸਾਰੀ ਜਿਹੜੀ ਤਿਆਰੀ ਹੈ ਉਹ ਕਰਵਾਉਣਾ ਕੀਤੀ। ਸਭ ਪਰਿਵਾਰ ਸਾਥ ਪਾ ਤਿਆਰ। ਸਾਰਾ ਜਿਹੜਾ ਪਰਿਵਾਰ ਹੈ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਾਰਾ ਹੀ ਤਿਆਰ ਹੋ ਗਿਆ ਹੈ। ਤੀਰਥ ਕਰਨ ਸਨਾਨ ਉਦਾਰ। ਪਾਵਨ ਗੁਰ ਇਤਿਹਾਸ ਦੇ ਵਿੱਚ ਸਾਧ ਸੰਗਤ ਜੀ ਜਿਹੜੇ ਸਰੋਵਰ ਬਣੇ ਹੋਏ ਨੇ, ਸਰੋਵਰ ਉਸ ਸਮੇਂ ਕਿਉਂ ਬਣਾਏ ਨੇ? ਕਿਉਂਕਿ ਉਸ ਸਮੇਂ ਸਾਧ ਸੰਗਤ ਜੀ ਬਹੁਤੇ ਨਲਕੇ ਨਹੀਂ ਸਨ, ਖੂਹ ਜਿਹੜੇ ਸਨ ਬਹੁਤ ਘੱਟ ਸਨ। ਆਮ ਸੰਗਤਾਂ ਦੇ ਤਾਂ ਇਸ਼ਨਾਨ ਪਾਣੀ ਕਰਨਾ ਬਹੁਤ ਔਖਾ ਹੁੰਦਾ ਸੀ, ਪਾਣੀ ਦੀ ਕਿੱਲਤ ਸੀ। ਅੱਜ ਦਾ ਸਮਾਂ ਇਸ ਤਰ੍ਹਾਂ ਨਹੀਂ ਕਿ 2 ਮਿੰਟ 'ਚ ਮਸ਼ੀਨ ਆਉਂਦੀ ਹੈ ਅਤੇ ਸਾਧ ਸੰਗਤ ਜੀ ਬੋਰਵੈਲ ਪਾ ਕਰਕੇ ਚਲੀ ਜਾਂਦੀ ਹੈ। ਇਸ ਤਰ੍ਹਾਂ ਦਾ ਨਹੀਂ ਸਿਸਟਮ ਸੀ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਤਾਂ ਹੀ ਥਾਂ ਥਾਂ 'ਤੇ ਸਰੋਵਰ ਬਣਾਏ ਨੇ ਤਾਂ ਕਿ ਆਮ ਸੰਗਤ ਨੂੰ, ਆਮ ਲੋਕਾਂ ਦਾ ਭਲਾ ਹੋਵੇ। ਚੜ੍ਹ ਦਮੋਦਰੀ ਸਯੰਦਨ ਮਾਹੀ। ਸਤਿਗੁਰੂ ਸਾਹਿਬ ਜੀ ਦਾ ਪਰਿਵਾਰ, ਜਿਹਦੇ ਵਿੱਚ ਮਾਤਾ ਦਮੋਦਰੀ ਜੀ ਉਹ ਰਥ ਦੇ ਉੱਤੇ ਚੜ੍ਹੇ ਹਨ। ਅਬਰ ਨਾਨਕੀ ਚਲੀ ਮਰਵਾਹੀ। ਮਾਤਾ ਨਾਨਕੀ ਜੀ, ਮਾਤਾ ਮਰਵਾਹੀ ਜੀ, ਇਸ ਤਰ੍ਹਾਂ ਤਿੰਨੇ ਮਹਿਲ ਸਤਿਗੁਰੂ ਸਾਹਿਬ ਜੀ ਦੇ ਇਹ ਸਾਧ ਸੰਗਤ ਜੀ ਘੋੜੇ ਉੱਤੇ ਚੜ੍ਹੇ ਹਨ, ਰਥਾਂ ਦੇ ਉੱਤੇ। ਸੁਨੂਖਾ ਖੇਮ ਕੋਇਰ ਚੜ੍ਹ ਡੋਰੇ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਨੂੰਹ ਭਾਵ ਕੇ ਬਾਬਾ ਸੂਰਜਮਲ ਜੀ ਦੀ ਸੁਪੁੱਤਨੀ ਬੀਬੀ ਖੇਮ ਕੋਇਰ ਜੀ, ਇਹ ਵੀ ਸਾਧ ਸੰਗਤ ਜੀ ਡੋਲੇ ਵਿੱਚ ਚੜ੍ਹੇ ਹਨ। ਸੰਗਤ ਸੰਗ ਚਲੀ ਬਹੁ ਔਰ। ਇਸ ਤਰ੍ਹਾਂ ਸਾਰੀਆਂ ਸੰਗਤਾਂ ਜਿਹੜੀਆਂ ਨੇ, ਹੋਰ ਵੀ ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਹਨ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸ੍ਰੇਸ਼ਟ ਸੁਪੁੱਤਰੀ, ਵੱਡਿਆਂ ਭਾਗਾਂ ਵਾਲੀ ਬੀਬੀ ਵੀਰੋ ਜੀ ਆਪਣੇ ਮਾਤਾ ਦੇ ਸਮੇਤ ਹੀ ਬਹੁਤ ਖੁਸ਼ ਹੋ ਕਰਕੇ ਰਥਾਂ ਦੇ ਵਿੱਚ ਚੜ੍ਹੇ ਹਨ। ਸਤਿਗੁਰੂ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਰਬਾਰ ਵਿਖੇ ਆਏ ਹਨ। ਕਰੀ ਪ੍ਰਦਛਨਾ ਬੰਧਨ ਤਾਰ। ਇਸ ਤਰ੍ਹਾਂ ਪ੍ਰਦਖਣਾ ਕਰਕੇ ਸਤਿਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਿਆ ਹੈ। ਸਗਰੇ ਸੰਗ ਵਹਿਰ ਤਬ ਆਏ। ਸਾਰਿਆਂ ਦੇ ਸਮੇਤ, ਆਪਣੇ ਪਰਿਵਾਰ ਦੇ ਨਾਲ, ਆਪਣੇ ਸਿੱਖ ਸੰਗਤਾਂ ਦੇ ਸਮੇਤ ਬਾਹਰ ਨੂੰ ਆਏ ਹਨ ਸ੍ਰੀ ਦਰਬਾਰ ਸਾਹਿਬ ਦੇ। ਚੜ੍ਹ ਖਾਸੇ ਪਰ ਗੁਰੂ ਸੁਹਾਏ। ਸਤਿਗੁਰੂ ਸਾਹਿਬ ਜੀ ਆਪਣੇ ਘੋੜੇ ਤੇ ਚੜ੍ਹ ਕਰਕੇ ਸੋਭ ਰਹੇ ਹਨ। ਅਣੀ ਰਾਏ ਸੂਰਜ ਮਲ ਸੰਗ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਇਹ ਵੀ ਸਾਰਾ ਪਰਿਵਾਰ ਸਤਿਗੁਰੂ ਸਾਹਿਬ ਜੀ ਦੇ ਨਾਲ ਚੱਲ ਰਿਹਾ ਹੈ। ਤੇਗ ਬਹਾਦਰ ਚੜ੍ਹੇ ਤੁਰੰਗ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਛੋਟੇ ਸੁਪੁੱਤਰ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ, ਇਹ ਵੀ ਘੋੜੇ ਦੇ ਉੱਤੇ ਸਵਾਰ ਹੋਏ ਹਨ। ਸਯੰਦਨ ਪਰ ਗੁਰਦਾਸ ਚੜਾਏ। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਆਪ ਘੋੜੇ ਦੇ ਉੱਤੇ ਚੜ੍ਹੇ ਹਨ। ਅਪਰ ਚਲੇ ਸਭ ਹੈ ਹਰ ਖਾਏ। ਹੋਰ ਜਿੰਨੇ ਵੀ ਸਾਧ ਸੰਗਤ ਜੀ ਵੱਡੇ ਸੂਰਮੇ ਸਨ, ਗੁਰਮੁਖ ਸਨ, ਸਾਰੇ ਘੋੜਿਆਂ ਦੇ ਉੱਤੇ ਚੜ੍ਹ ਕਰਕੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਚੱਲ ਪਏ। ਬੜੀ ਭੀੜ ਮਾਰਗ ਮਹਿ ਚਾਲੇ। ਬਹੁਤ ਸਾਰੀ ਭੀੜ ਇਕੱਠੀ ਹੋਈ ਸਤਿਗੁਰੂ ਜੀ ਦੇ ਨਾਲ ਤੇ ਰਸਤੇ ਦੇ ਉੱਤੇ ਤੁਰੇ ਜਾ ਰਹੇ ਹਨ। ਸੁਪਾਟ ਮਸੰਦ ਲੀਏ ਗਨ ਨਾਲੇ। ਸਾਰੇ ਸਮੂਹ ਜਿਹੜੇ ਮਸੰਦ ਨੇ, ਜਿਹੜੇ ਥਾਂ ਥਾਂ ਤੇ ਜਾ ਕੇ ਕਾਰ ਭੇਟਾ ਲੈ ਕਰਕੇ ਆਉਂਦੇ ਸਨ, ਹੋਰ ਜਿੰਨੇ ਵੀ ਸੂਰਮੇ ਨੇ ਸਾਰੇ ਸਤਿਗੁਰਾਂ ਦੇ ਨਾਲ ਚੱਲ ਰਹੇ ਹਨ। ਡੇਢਕ ਜਾਮ ਵਿਖੇ ਚੱਲ ਗਏ। ਡੇਢ ਕੁ ਜਾਮ ਕਹਿੰਦੇ ਨੇ, ਇੱਕ ਜਾਮ ਤਕਰੀਬਨ 3 ਘੰਟਿਆਂ ਦਾ ਹੁੰਦਾ ਹੈ ਤੇ ਅੱਧਾ ਜਾਮ 1.5 ਘੰਟਿਆਂ ਦਾ।
ਤੇ ਸਾਧ ਸੰਗਤ ਜੀ ਜੋੜ ਲਈਏ ਤੇ ਤਕਰੀਬਨ 4.5 ਘੰਟਿਆਂ ਦਾ ਸਮਾਂ ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਸੰਗਤਾਂ ਦੇ ਸਮੇਤ ਤੁਰੇ ਜਾ ਰਹੇ ਸਨ। ਤੀਰਥ ਦਰਸ ਬਿਲੋਕਤ ਭਾਏ। ਸਾਰੇ ਤੀਰਥ ਜਿਹੜੇ ਨੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਿੰਨੇ ਵੀ ਗੁਰੂ ਘਰ ਬਣਾਏ ਨੇ ਸਾਰੇ ਸਥਾਨਾਂ ਤੇ ਜਾ ਕਰਕੇ ਦਰਸ਼ਨ ਕੀਤੇ ਹਨ। ਪੂਰਬ ਦਿਸ ਕੋ ਕਰਿਓ ਨਿਵੇਸ਼। ਪੂਰਬ ਦਿਸ਼ਾ ਵਾਲੇ ਪਾਸੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਟਿਕਾਣਾ ਕੀਤਾ। ਉਤਰਿਓ ਆਨ ਕੁਟੰਬ ਅਸੇਸ। ਜਿਹੜਾ ਵਿਸ਼ੇਸ਼ ਤੌਰ ਤੇ ਆਪਣੇ ਪਰਿਵਾਰ ਦੇ ਸਮੇਤ ਚੱਲ ਰਹੇ ਸਨ। ਸਤਿਗੁਰੂ ਸਾਹਿਬ ਜੀ ਨੂੰ ਵੇਖ ਕਰਕੇ ਸਾਰਾ ਪਰਿਵਾਰ ਵੀ ਉੱਥੇ ਟਿਕਿਆ ਹੈ। ਖਾਨ ਪਾਨ ਆਛੇ ਕਰਵਾਏ। ਭੋਜਨ ਆਦਿਕ ਸਰੀਰ ਦੀਆਂ ਕਿਰਿਆਵਾਂ ਆਦਿਕ ਚੰਗੀ ਤਰ੍ਹਾਂ ਕਰਨਾ ਕੀਤੀਆਂ ਸਾਰਿਆਂ ਨੇ। ਕਰਤ ਬਿਲਾਸਨ ਦਇਓਸ ਬਿਤਾਏ। ਇਸ ਤਰ੍ਹਾਂ ਸਾਧ ਸੰਗਤ ਜੀ ਭੋਜਨ ਪ੍ਰਸ਼ਾਦਾ ਛਕਦਿਆਂ ਹੋਇਆਂ ਸਰੀਰ ਦੀਆਂ ਕਿਰਿਆਵਾਂ ਕਰਦਿਆਂ ਹੋਇਆਂ ਸਾਰਾ ਦਿਨ ਬਤੀਤ ਹੋਇਆ ਹੈ। ਤੀਰਥ ਸ੍ਰੀ ਅਰਜਨ ਜਿਮ ਕਰਿਓ। ਪਾਵਨ ਤੀਰਥ ਜਿਵੇਂ ਤਰਨ ਤਾਰਨ ਸਾਹਿਬ, ਜਿਵੇਂ ਚੋਲਾ ਸਾਹਿਬ ਆਦਿਕ ਪਾਵਨ ਅਸਥਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣੇ ਹੱਥੀਂ ਬਣਵਾਏ ਨੇ। ਇਹਨਾਂ ਪਾਵਨ ਤੀਰਥਾਂ ਦੇ ਸਾਰੀਆਂ ਸੰਗਤਾਂ ਨੇ ਆਣ ਕਰਕੇ ਦਰਸ਼ਨ ਕੀਤੇ। ਸਰਬ ਪ੍ਰਸੰਗ ਸੋ ਗੁਰੂ ਉਚਰਿਓ। ਸਾਰਾ ਜਿਹੜਾ ਪ੍ਰਸੰਗ ਸੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪ ਉਚਾਰਨ ਕੀਤਾ। ਭਾਨਾ ਆਦ ਸੁਨਤ ਹਰ ਖਾਏ। ਭਾਈ ਭਾਨਾ ਜੀ ਜਿਹੜੇ ਵੱਡੇ ਗੁਰਸਿੱਖ ਨੇ, ਬਹੁਤ ਹਿਰਦੇ ਦੇ ਵਿੱਚ ਦ੍ਰਿੜ ਸ਼ਰਧਾ ਦ੍ਰਿੜ ਵਿਸ਼ਵਾਸ ਹੈ, ਸਤਿਗੁਰਾਂ ਦਾ ਬਹੁਤਾ ਪ੍ਰੇਮ ਹੈ ਹਿਰਦੇ ਵਿੱਚ। ਉਹਨਾਂ ਨੇ ਸਾਰੀ ਗੱਲ ਜਿਹੜੀ ਹੈ ਸਾਰੀ ਗਾਥਾ ਸਤਿਗੁਰਾਂ ਪਾਸੋਂ ਸੁਣੀ ਹੈ। ਤ੍ਰੋਦਸਮੀ 14 ਨਰ ਆਏ। ਉਦੋਂ ਸਾਧ ਸੰਗਤ ਜੀ 13ਵੀਂ ਵਾਲੇ ਦਿਨ ਸਾਰੇ ਪਾਸਿਓਂ ਚੌਹਾਂ ਦਿਸ਼ਾਵਾਂ ਪਾਸਿਓਂ ਸਾਰੀਆਂ ਸੰਗਤਾਂ ਦਾ ਇਕੱਠ ਹੋਇਆ ਹੈ। ਧਰ ਅਕੋਰਨ ਬੰਧਨ ਠਾਨੈ। ਸਾਰੀਆਂ ਸੰਗਤਾਂ ਨੇ ਸ੍ਰੀ ਤਰਨ ਤਾਰਨ ਸਾਹਿਬ ਵਿਖੇ ਆਣ ਕਰਕੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਿਆ ਤੇ ਬਹੁਤ ਸਾਰੀਆਂ ਭੇਟਾਵਾਂ ਜਿਹੜੀਆਂ ਨੇ ਉਹ ਅਰਪਣ ਕੀਤੀਆਂ ਹਨ। ਉਤਰੈ ਤੀਰਥ ਤੀਰ ਸਨਾਨੈ। ਪਾਵਨ ਸ੍ਰੀ ਤਰਨ ਤਾਰਨ ਸਾਹਿਬ ਵਿਖੇ ਇਸ਼ਨਾਨ ਕੀਤਾ ਹੈ ਸਾਰਿਆਂ ਨੇ। ਦਿਵਸ ਅਮੱਸਿਆ ਮੱਜਨ ਠਾਨ। ਤੇ ਮੱਸਿਆ ਵਾਲੇ ਦਿਨ ਸਾਰੀਆਂ ਸੰਗਤਾਂ ਨੇ ਆਣ ਕਰਕੇ ਇਸ਼ਨਾਨ ਕੀਤਾ। ਗਮਨੇ ਸ੍ਰੀ ਅਰਜਨ ਕੇ ਥਾਨ। ਤੇ ਸਾਧ ਸੰਗਤ ਜੀ ਜਿੱਥੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬੈਠਦੇ ਸਨ, ਜਿੱਥੇ ਤਰਨ ਤਾਰਨ ਸਾਹਿਬ ਵਿਖੇ ਪਾਵਨ ਗੁਰੂ ਘਰ ਸੁਸ਼ੋਭਿਤ ਹੈ, ਉਸ ਸਥਾਨ ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਾਣਾ ਕੀਤਾ। ਸਤਿਗੁਰ ਸਭਾ ਵਿਸਾਲ ਲਗਾਈ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦਰਬਾਰ ਸਜਾਇਆ ਹੈ। ਸਾਰੀਆਂ ਸੰਗਤਾਂ ਸਾਰੇ ਸੂਰਮੇ ਨਾਲ ਬੈਠੇ ਹਨ। ਸੰਗਤ ਆਏ ਆਏ ਸਮੁਦਾਈ। ਸਾਰੇ ਪਾਸਿਓਂ ਜਿੱਥੇ ਕਿਤੇ ਵੀ ਪਤਾ ਚੱਲਦਾ ਹੈ ਕਿ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਏ ਨੇ, ਨੇੜਲੇ ਸਾਰੇ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਆਣ ਕਰਕੇ ਦਰਸ਼ਨ ਕਰਦੇ ਹਨ। ਅਧਿਕ ਤਿਹਾਵਲ ਕੋ ਵਰਤਾਵੈ। ਸਤਿਗੁਰੂ ਸਾਹਿਬ ਜੀ ਦੀ ਆਗਿਆ ਨੂੰ ਪਾ ਕਰਕੇ ਬਹੁਤ ਸਾਰਾ ਕੜਾ ਪ੍ਰਸ਼ਾਦ ਜਿਹੜਾ ਹੈ ਉਹ ਬਣਾ ਕਰਕੇ ਸਾਰੀਆਂ ਸੰਗਤਾਂ ਦੇ ਤਾਈਂ ਵਰਤਾਉਣਾ ਕੀਤਾ। ਵਸਤਰ ਦਰਬ ਕੀ ਭੇਟ ਚੜਾਵੈ। ਸਾਰੀਆਂ ਸੰਗਤਾਂ ਆਣ ਕੇ ਕੋਈ ਸਾਧ ਸੰਗਤ ਜੀ ਬਸਤਰ ਭੇਟਾ ਕਰਦਾ ਹੈ, ਕੋਈ ਮਾਇਆ ਭੇਟਾ ਕਰਦਾ ਹੈ, ਕੋਈ ਸੋਨਾ ਚਾਂਦਿਕ ਰੁਪਇਆ ਆਦਿਕ ਭੇਟਾ ਕਰਦਾ ਹੈ। ਕਰੈ ਕਾਮਨਾ ਕੀ ਅਰਦਾਸ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕਰੇ ਸਾਰੀਆਂ ਸੰਗਤਾਂ ਜਿਹੜੀਆਂ ਨੇ ਅਰਦਾਸ ਬੇਨਤੀਆਂ ਕਰਦੀਆਂ ਹਨ, ਜੋਦੜੀਆਂ ਕਰਦੀਆਂ ਹਨ। ਪੁਰਵੈ ਸ੍ਰੀ ਸਤਿਗੁਰ ਕੇ ਪਾਸ। ਸਤਿਗੁਰੂ ਸਾਹਿਬ ਜੀ ਸਾਰੀਆਂ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ, ਅੱਜ ਵੀ ਕਰ ਰਹੇ ਹਨ। ਜੋ ਵੀ ਪ੍ਰੇਮ ਨਾਲ, ਸ਼ਰਧਾ ਨਾਲ, ਭਾਵਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਦਾ ਹੈ, ਉਹਦੀ ਮਨ ਦੀਆਂ ਸਾਰੀਆਂ ਭਾਵਨਾਵਾਂ ਪੂਰੀਆਂ ਹੁੰਦੀਆਂ ਹਨ। ਸ੍ਰੀ ਹਰਗੋਬਿੰਦ ਗਿਰਾ ਬਖਾਨੀ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਬਚਨ ਕਹੇ। ਮਹਿਮਾ ਤੀਰਥ ਪੁੰਨ ਮਹਾਨੀ। ਸਤਿਗੁਰੂ ਸਾਹਿਬ ਜੀ ਨੇ ਕਿਹਾ ਕਿ ਇਹ ਜਿਹੜਾ ਪਾਵਨ ਸਥਾਨ ਹੈ ਸ੍ਰੀ ਤਰਨ ਤਾਰਨ ਸਾਹਿਬ ਦਾ, ਇਹਦੀ ਬਹੁਤ ਭਾਰੀ ਮਹਿਮਾ ਹੈ। ਇੱਥੇ ਆਣ ਕਰਕੇ ਮੱਥਾ ਟੇਕਣ ਦੇ ਨਾਲ
ਇਸ਼ਨਾਨ ਸਰੋਵਰ ਵਿੱਚ ਕਰਨ ਦੇ ਨਾਲ ਬਹੁਤ ਭਾਰੀ ਪੁੰਨ ਪ੍ਰਾਪਤ ਹੁੰਦਾ ਹੈ। ਸਭਨ ਅਮਾਵਸ ਕਰੈ ਸਨਾਨ। ਜਿਹੜਾ ਵੀ ਮੱਸਿਆ ਵਾਲੇ ਦਿਨ ਆਣ ਕਰਕੇ ਇਸ ਪਾਵਨ ਦਰਬਾਰ ਵਿੱਚ ਹਾਜ਼ਰੀ ਭਰੇਗਾ, ਇੱਥੇ ਸ਼ਬਦ ਦਾ ਜਾਪ ਕਰੇਗਾ, ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ, ਸੁਤ ਆਦਿਕ ਫਲ ਲਹੈ ਮਹਾਨ। ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਜਿੱਥੇ ਕਿਤੇ ਵੀ ਸਾਧ ਸੰਗਤ ਜੀ ਗੁਰੂ ਘਰ ਬਣੇ ਨੇ, ਸਰੋਵਰ ਬਣੇ ਨੇ, ਉਹਨਾਂ ਦਾ ਖਿਆਲ ਵੀ ਆਪਾਂ ਰੱਖਣਾ ਹੈ। ਉਹਦੀ ਸਾਧ ਸੰਗਤ ਜੀ ਇੱਜ਼ਤ ਵੀ ਆਪਾਂ ਹੀ ਕਰਨੀ ਹੈ। ਜਿੱਥੇ ਕਿਤੇ ਵੀ ਜਾਣਾ ਗੁਰੂ ਘਰ ਦੇ ਵਿੱਚ ਇਸ਼ਨਾਨ ਕਰਕੇ ਹੀ ਜਾਣਾ ਹੈ। ਜਿੱਥੇ ਕਿਤੇ ਵੀ ਜਾਣਾ ਗੁਰੂ ਦੇ ਦਰਬਾਰ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਜ਼ਰੂਰ ਕਰਾਉਣੀ ਹੈ। ਗੋਲਕ ਦੇ ਵਿੱਚ ਸਾਧ ਸੰਗਤ ਸ਼ਕਤੀ ਅਨੁਸਾਰ ਜਿੰਨੀ ਕੁ ਸ਼ਕਤੀ ਹੈ ਉਹਦੇ ਅਨੁਸਾਰ ਮਾਇਆ ਜ਼ਰੂਰ ਭੇਟਾ ਅਰਪਣ ਕਰਨੀ ਹੈ। ਇਸ ਨੂੰ ਦਰਸ਼ਨੀ ਭੇਟਾ ਕਹਿੰਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਹੋਏ, ਇਸ ਵਾਸਤੇ ਗੋਲਕ ਦੇ ਵਿੱਚ ਆਪਾਂ ਪੈਸੇ ਪਾਉਂਦੇ ਹਾਂ ਕਿ ਸਤਿਗੁਰੂ ਜੀ ਅਸੀਂ ਆਪ ਜੀ ਦੇ ਦਰਸ਼ਨ ਕੀਤੇ ਨੇ, ਹੋਰ ਤਾਂ ਆਪਾਂ ਕੁਝ ਦੇ ਨਹੀਂ ਸਕਦੇ, ਇਹ ਥੋੜ੍ਹੀ ਜਿਹੀ ਭੇਟਾ ਜਿਹੜੀ ਹੈ ਆਪ ਜੀ ਪ੍ਰਵਾਨ ਕਰੋ। ਨਾਲੇ ਆਪਾਂ ਮੱਥਾ ਟੇਕਦੇ ਹਾਂ। ਮੱਥਾ ਟੇਕਣ ਦਾ ਭਾਵ ਇਹ ਹੈ ਕਿ ਹੇ ਸਤਿਗੁਰੂ ਜੀ ਅਸੀਂ ਆਪ ਜੀ ਨੂੰ ਆਪਣਾ ਸਿਰ ਭੇਟ ਕਰਦੇ ਹਾਂ, ਆਪਾਂ ਸੀਸ ਭੇਟ ਕਰਨਾ ਹੈ। ਇਸ ਕਰਕੇ ਸਾਧ ਸੰਗਤ ਜੀ ਜਿੱਥੇ ਮੱਥਾ ਟੇਕਣਾ ਹੈ ਉੱਥੇ ਨਾਲ ਦੇ ਨਾਲ ਗੁਰੂ ਦੀ ਮੱਤ ਨੂੰ ਵੀ ਧਾਰਨ ਕਰਨਾ ਹੈ। ਗੁਰੂ ਦੀ ਮੱਤ ਧਾਰਨ ਕਰਾਂਗੇ ਤਾਂ ਹੀ ਚੜ੍ਹਦੀ ਕਲਾ ਹੋਵੇਗੀ। ਭਾਦਰੋ ਦਰਸ ਮਹਾਤਮ ਮਹਾ। ਭਾਦੋ ਦੇ ਮਹੀਨੇ ਵਿੱਚ ਜਿਹੜਾ ਭਾਈ ਗੁਰਸਿੱਖ ਇਸ ਪਾਵਨ ਸਥਾਨ ਤੇ ਆਣ ਕਰਕੇ ਦਰਸ਼ਨ ਕਰੇਗਾ, ਕਰੈ ਸਨਾਨ ਆਨ ਜੇ ਇਹਾਂ। ਇੱਥੇ ਆ ਕਰਕੇ ਇਹਨਾਂ ਮਹੀਨਿਆਂ ਦੇ ਵਿੱਚ ਆਣ ਕਰਕੇ ਇੱਥੇ ਇਸ਼ਨਾਨ ਕਰੇਗਾ, ਅਗ ਓਗਨ ਕੋ ਕਰੈ ਬਿਨਾਸ਼। ਉਹਦੇ ਸਾਰੇ ਪਾਪ ਜਿਹੜੇ ਨੇ ਉਹ ਸਮੂਹ ਪਾਪ ਨਾਸ ਹੋ ਜਾਣਗੇ। ਸਾਧ ਸੰਗਤ ਜੀ ਸਤਿਗੁਰਾਂ ਦਾ ਬਚਨ ਹੁੰਦਾ ਹੈ, ਬਚਨਾਂ ਦੇ ਵਿੱਚ ਤਾਕਤ ਹੁੰਦੀ ਹੈ। ਦਿਨ ਰਵ ਚੱਲੈ ਨਿਸਸਸ ਚੱਲੈ, ਤਾਰਕਾ ਲਖ ਪਲੋਏ, ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਿਗੋਏ। ਦਿਨ ਦੇ ਵਿੱਚ ਸੂਰਜ ਚੱਲਦਾ ਹੈ, ਰਾਤਰੀ ਦੇ ਵਿੱਚ ਸਾਧ ਸੰਗਤ ਜੀ ਚੰਦਰਮਾ ਚੱਲਦਾ ਹੈ, ਪਰ ਇੱਕ ਸਾਧ ਬਚਨ ਅਟ ਲਾਧਾ, ਇੱਕ ਜਿਹੜਾ ਸਾਧੂ ਦਾ ਬਚਨ ਹੈ ਨਾ, ਕਰਮ ਖੰਡ ਕੀ ਬਾਣੀ ਜੋਰ, ਕਰਮ ਖੰਡ ਵਿੱਚ ਬਾਣੀ ਵਿੱਚ ਬਲ ਆ ਜਾਂਦਾ ਹੈ। ਇਸ ਕਰਕੇ ਸਾਡੇ ਬੋਲਣ ਦੇ ਵਿੱਚ ਅਤੇ ਸਤਿਗੁਰਾਂ ਦੇ ਬੋਲਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਸਾਡੇ ਬੋਲਣ ਨਾਲ ਸਾਡੇ ਨਿਆਣੇ ਆਖੇ ਨਹੀਂ ਲੱਗਦੇ, ਅਤੇ ਸਤਿਗੁਰਾਂ ਦੇ ਬੋਲਣ ਦੇ ਨਾਲ ਪਸ਼ੂ ਪੰਛੀ, ਧਰਤੀ, ਆਕਾਸ਼, ਬ੍ਰਹਮੰਡ ਵੀ ਆਖੇ ਲੱਗਦੇ ਨੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂ? ਉਹਨਾਂ ਦੀ ਬੋਲਣ ਵਿੱਚ ਤਾਕਤ ਹੈ। ਜੋ ਵੀ ਸਾਧ ਸੰਗਤ ਜੀ ਉਹਨਾਂ ਦੇ ਮੁਖ ਚੋਂ ਨਿਕਲੇਗਾ ਉਹ ਜ਼ਰੂਰ ਬਰ ਜ਼ਰੂਰ ਪੂਰਾ ਹੋਵੇਗਾ। ਇਸ ਕਰਕੇ ਸਾਨੂੰ ਵਿਸ਼ਵਾਸ ਰੱਖਣਾ ਚਾਹੀਦਾ ਹੈ। ਇਹਨਾਂ ਮਹੀਨਿਆਂ ਦੇ ਵਿੱਚ ਜਿਹੜਾ ਵੀ ਸ੍ਰੀ ਤਰਨ ਤਾਰਨ ਸਾਹਿਬ ਵਿਖੇ ਜਾ ਕਰਕੇ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ, ਗੁਰੂ ਦੇ ਦਰਬਾਰ ਵਿੱਚ ਹਾਜ਼ਰੀ ਭਰਦਾ ਹੈ, ਕਥਾ ਕੀਰਤਨ ਸੁਣਦਾ ਹੈ, ਉਹਦੀ ਕਲਿਆਣ ਹੋਵੇਗੀ, ਉਹਦੀਆਂ ਮਨ ਦੀਆਂ ਭਾਵਨਾਵਾਂ ਪੂਰੀਆਂ ਹੋਣਗੀਆਂ। ਦਿਵਸ ਆਜ ਕੇ ਪੂਰਨ ਮੇਲਾ। ਇਸ ਸਾਧ ਸੰਗਤ ਜੀ ਅੱਜ ਵੀ ਇਹਨਾਂ ਦਿਨਾਂ ਦੇ ਵਿੱਚ ਸ੍ਰੀ ਤਰਨ ਤਾਰਨ ਸਾਹਿਬ ਵਿਖੇ ਬਹੁਤ ਭਾਰੀ ਜੋੜ ਮੇਲਾ ਲੱਗਦਾ ਹੈ। ਹੋਏ ਸਦਾ ਨਰ ਨਾਰ ਸਕੇਲਾ। ਬਹੁਤ ਸਾਰੇ ਇਸਤਰੀਆਂ ਤੇ ਮਨੁੱਖਾਂ ਦਾ ਬਹੁਤ ਭਾਰੀ ਇਕੱਠ ਹੁੰਦਾ ਹੈ। ਆਦ ਨ ਵਿਆਦ ਉਪਾਦ ਨ ਵਿਆਪੈ। ਆਦਿ ਵਿਆਧੀ ਉਪਾਧੀਆਂ ਤੋਂ ਛੁਟਕਾਰਾ ਹੁੰਦਾ ਹੈ। ਮਨ ਦੇ ਰੋਗ ਵੀ ਦੂਰ ਹੁੰਦੇ ਨੇ, ਸਰੀਰ ਦੇ ਰੋਗ ਵੀ ਦੂਰ ਹੁੰਦੇ ਨੇ। ਅਤੇ ਜਿਹੜਾ ਬਾਹਰੋਂ ਕੋਈ ਲੜਾਈ ਝਗੜਾ ਕਿਸੇ ਦੇ ਨਾਲ ਹੋਇਆ ਹੋਵੇ, ਕੋਈ ਸਾਧ ਸੰਗਤ ਜੀ ਬਿਮਾਰੀ ਵੱਡੀ ਆਣ ਕੇ ਸਰੀਰ ਨੂੰ ਚਿੰਬੜੀ ਹੋਵੇ, ਇਹ ਵੱਡੇ ਜਿਹੜੇ ਉਪਾਧੀਆਂ ਨੇ ਨਾ, ਇਹ ਵੀ ਨਾਸ ਹੋ ਜਾਂਦੇ ਨੇ। ਕੋਰਟ ਦੇ ਸਾਧ ਸੰਗਤ ਜੀ ਚੱਕਰ ਕੱਟਣੇ ਪੈਂਦੇ ਹੋਣਗੇ, ਇਹ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਆਣ ਕਰਕੇ ਜੇ ਅਰਦਾਸ ਕਰਾਂਗੇ ਤਾਂ ਸਤਿਗੁਰੂ ਜੀ ਜ਼ਰੂਰ ਭਾਵਨਾ ਪੂਰੀ ਕਰਦੇ ਹਨ। ਜੇ ਮੱਜਹ ਅਰ ਜਪਜੀ ਜਾਪੈ। ਜੇ ਇਸ਼ਨਾਨ ਕਰਕੇ ਨਾਲ ਜਪਜੀ ਸਾਹਿਬ ਦਾ ਪਾਠ ਕਰੇ। ਜਪਜੀ ਸਾਹਿਬ ਦਾ ਪਾਠ ਕਰਨਾ ਬਹੁਤ ਲਾਜ਼ਮੀ ਹੈ। ਜਪਜੀ ਸਾਹਿਬ ਤੋਂ ਪਰੇ ਹੋਰ ਕੋਈ ਚੀਜ਼ ਹੈ ਹੀ ਨਹੀਂ ਸੰਸਾਰ ਦੇ ਵਿੱਚ। ਕੋਈ ਵੀ ਸਾਧ ਸੰਗਤ ਜੀ ਘਾਟ ਜਿਹੜੀ ਹੈ ਸਾਡੇ ਵਿੱਚ ਹੈ। ਅਸੀਂ ਨਿਤਨੇਮ ਨਹੀਂ ਕਰਦੇ, ਅਸੀਂ ਜਪਜੀ ਸਾਹਿਬ ਨਹੀਂ ਪੜ੍ਹਦੇ। ਜਿਹੜੇ ਪੜ੍ਹਦੇ ਨੇ ਨਾ, ਉਹਨਾਂ ਦੀ ਭਾਵਨਾ ਪੂਰੀ ਹੁੰਦੀ ਹੈ, ਜ਼ਰੂਰ ਹੁੰਦੀ ਹੈ। ਇਸ ਕਰਕੇ ਜਪਜੀ ਸਾਹਿਬ ਦੇ ਨਾਲ ਜਿਨ੍ਹਾਂ ਦਾ ਪਿਆਰ ਹੈ, ਜਿਨ੍ਹਾਂ ਨੇ ਜਪਜੀ ਨੂੰ ਕਦੀ ਨਾਗਾ ਨਹੀਂ ਪਾਇਆ,
ਉਹਨਾਂ ਦੀ ਹਰ ਮੈਦਾਨ ਫਤਿਹ। ਦੇਸ਼ ਵਿੱਚ ਵੀ ਤੇ ਪ੍ਰਦੇਸ਼ ਵਿੱਚ ਵੀ ਜਿਹੜੇ ਵੀ ਜਪਜੀ ਸਾਹਿਬ ਨਾਲ ਜੁੜਨਗੇ ਉਹਨਾਂ ਦਾ ਲੋਕ ਤੇ ਪਰਲੋਕ ਸਵਰੇਗਾ। ਸੁਨ ਆਨੰਦ ਸਭ ਕੇ ਮਨ ਹੋਵਾ। ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਦੇ ਬਚਨ ਕਹੇ, ਸਾਰੀਆਂ ਸੰਗਤਾਂ ਦੇ ਮਨ ਜਿਹੜੇ ਨੇ ਉਹ ਪ੍ਰਫੁੱਲਿਤ ਹੋ ਗਏ ਹਨ। ਮਹਾ ਮਹਾਤਮ ਤੀਰਥ ਜੋਵਾ। ਸਾਰੀਆਂ ਸੰਗਤਾਂ ਨੇ ਜਾਣਿਆ ਹੈ ਕਿ ਗੁਰੂ ਘਰ ਦਾ ਪਾਵਨ ਸਥਾਨਾਂ ਦਾ ਕਿੰਨਾ ਭਾਰੀ ਮਹਾਤਮ ਹੈ। ਇਹਨਾਂ ਪਾਵਨ ਸਥਾਨ 'ਤੇ ਮੱਥਾ ਟੇਕਣ ਜਾਈਏ ਤੇ ਗੱਲਬਾਤ ਨਹੀਂ ਕਰਨੀ ਚਾਹੀਦੀ ਹੈ। ਸ੍ਰੀ ਪਾਵਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਦੋਂ ਵੀ ਮੱਥਾ ਟੇਕਣ ਜਾਣਾ, ਸਾਧ ਸੰਗਤ ਜੀ ਸਾਡੇ ਉਸਤਾਦ ਜੀ ਕਿਹਾ ਕਰਦੇ ਸਨ ਕਿ ਇੱਕ ਪੈਰ ਧਰੀਏ ਤੇ ਸ਼ਹੀਦ ਸਿੰਘਾਂ ਦੇ ਸਿਰ ਲੱਗੇ ਹੋਏ ਨੇ। ਇਸ ਕਰਕੇ ਜਿੱਥੇ ਪਾਵਨ ਅਸਥਾਨ ਤੇ ਪਰਿਕਰਮਾ ਦੇ ਵਿੱਚ ਪਾਵਨ ਸਾਰੇ ਲੱਖਾਂ ਹੀ ਸ਼ਹੀਦ ਸਿੰਘਾਂ ਦੇ ਸਿਰ ਪਏ ਹੋਣ, ਉੱਥੇ ਕਿੰਨੇ ਭਾਵਨਾ ਨਾਲ ਸ਼ਰਧਾ ਨਾਲ ਸਾਨੂੰ ਤੁਰਨਾ ਚਾਹੀਦਾ ਹੈ। ਇੱਕ ਪੈਰ ਵੀ ਸਾਧ ਸੰਗਤ ਜੀ ਵਾਹਿਗੁਰੂ ਮੁਖ ਤੋਂ ਉਚਾਰੇ ਬਗੈਰ ਨਹੀਂ ਪੁੱਟਣਾ ਚਾਹੀਦਾ। ਗੁਰੂ ਘਰ ਦੇ ਵਿੱਚ ਜਦੋਂ ਵੀ ਜਾਣਾ, ਨਾਲ ਹੀ ਮੁਖ ਤੋਂ ਵਾਹਿਗੁਰੂ 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 ਕਰਦਿਆਂ ਹੋਇਆਂ ਜਾਣਾ ਹੈ। ਕਿਤੇ ਕੋਈ ਸੰਸਾਰ ਦੀ ਗੱਲ ਨਹੀਂ ਕਰਨੀ। ਜੇ ਸੰਸਾਰ ਦੀ ਗੱਲ ਕਰਨੀ ਹੈ, ਘਰ ਵਿੱਚ ਕਰ ਲਓ। ਆਪਣੇ ਮਨ ਨੂੰ ਸਮਝਾਓ, ਮਨਾ ਇੱਥੇ ਤਾਂ ਚੁੱਪ ਕਰ ਜਾ, ਕਿੱਥੇ ਆਇਆ ਵੇਖ ਤਾਂ ਲੈ, ਕੀ ਕਰ ਰਿਹਾ ਹੈ। ਗੁਰੂ ਦਾ ਦਰਬਾਰ ਹੈ, ਥੋੜ੍ਹਾ ਤਾਂ ਡਰ। ਆਪਣੇ ਮਨ ਨੂੰ ਸਾਧ ਸੰਗਤ ਜੀ ਡਰਾਉਣਾ ਹੈ, ਥੋੜ੍ਹਾ ਜਿਹਾ ਭੈ ਪਾਉਣਾ ਹੈ ਕਿ ਮਨਾ ਥੋੜ੍ਹਾ ਤਾਂ ਡਰ। ਕੀ ਸ਼ਰਮ ਲਾਈ ਹੈ, ਕਿਉਂ ਦਰਬਾਰ ਦੇ ਵਿੱਚ ਸਾਧ ਸੰਗਤ ਜੀ ਜਦੋਂ ਵੀ ਬੈਠਣਾ ਗੁਰੂ ਗੁਰੂ ਜਪਣਾ ਹੈ। ਕਿਸੇ ਦੇ ਨਾਲ ਕੋਈ ਗੱਲ ਨਹੀਂ ਕਰਨੀ, ਕਿਤੇ ਝਾਕਣਾ ਨਹੀਂ ਹੈ। ਦਰਸ਼ਨ ਕਰਨੇ ਨੇ ਤੇ ਸਿਰਫ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ। ਹੋਰ ਕਿਸੇ ਪਾਸੇ ਵੇਖਣਾ ਨਹੀਂ, ਕਿਸੇ ਪਾਸੇ ਝਾਕਣਾ ਨਹੀਂ, ਕਿਸੇ ਦੇ ਨਾਲ ਕੋਈ ਗੱਲ ਨਹੀਂ ਕਰਨੀ। ਜਿੰਨਾ ਚਿਰ ਗੁਰੂ ਦੇ ਦਰਬਾਰ ਵਿੱਚ ਬੈਠੀਏ। ਪਾਵਨ ਰਹਿਤਨਾਮਿਆਂ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਸਤ ਸੰਗਤ ਚਲਤੇ ਬਾਤ ਚਲਾਵੈ, ਸੋ ਤਨ ਖਾਈ ਵੱਡਾ ਕਹਾਵੈ। ਜਿਹੜਾ ਸਤਸੰਗ ਚੱਲਦਾ ਹੋਵੇ ਤੇ ਵਿੱਚ ਹੀ ਸਾਧ ਸੰਗਤ ਜੀ ਗੱਲਾਂ ਕਰੇ, ਗੁਰੂ ਮਹਾਰਾਜ ਕਹਿੰਦੇ ਨੇ ਉਹਨੂੰ ਤਨਖਾਹ ਲੱਗਣੀ ਚਾਹੀਦੀ ਹੈ, ਉਹਨੂੰ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ, ਉਹਨੂੰ ਸਾਧ ਸੰਗਤ ਜੀ ਸਜ਼ਾ ਮਿਲਣੀ ਚਾਹੀਦੀ ਹੈ। ਜਿਹੜੀ ਕਥਾ ਕੀਰਤਨ ਦੇ ਵਿੱਚ ਸਾਧ ਸੰਗਤ ਜੀ ਛੱਡ ਕਰਕੇ ਗੱਲਾਂ ਕਰਦਾ ਹੈ। ਗੁਰੂ ਮਹਾਰਾਜ ਪਾਸੋਂ ਪਾਵਨ ਸ੍ਰੀ ਤਰਨ ਤਾਰਨ ਸਾਹਿਬ ਦਰਬਾਰ ਦੀਆਂ ਮਹਾਤਮ ਸਾਧ ਸੰਗਤ ਜੀ ਸੁਣ ਕਰਕੇ ਸਾਰੀਆਂ ਸੰਗਤਾਂ ਦੇ ਮਨਾਂ ਵਿੱਚ ਬੜਾ ਆਨੰਦ ਪੈਦਾ ਹੋਇਆ ਹੈ। 3 ਦਿਵਸ ਸੰਗਤ ਰਹਿ ਪਾਸ। ਇਸ ਤਰ੍ਹਾਂ ਸਾਰੀਆਂ ਸੰਗਤਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ 3 ਦਿਨ ਬਤੀਤ ਕੀਤੇ। ਘਰ ਘਰ ਬੰਧਨ ਗਏ ਆਵਾਸ। ਤੇ 3 ਕਿ ਦਿਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਰਜਵੇਂ ਦਰਸ਼ਨ ਕਰਕੇ ਆਪੋ ਆਪਣੇ ਘਰਾਂ ਨੂੰ ਗਏ ਹਨ। ਤਿਸ ਦਿਨ ਸਤਿਗੁਰ ਕਰਿਓ ਮੁਕਾਮੂ। ਉਸ ਦਿਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ੍ਰੀ ਤਰਨ ਤਾਰਨ ਸਾਹਿਬ ਦਰਬਾਰ ਵਿਖੇ ਟਿਕਾਣਾ ਕੀਤਾ। ਬਚ ਗੁਰਦਾਸ ਭਨੇ ਅਬਿਰਾਮੂ। ਤੇ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਬਚਨ ਕਹੇ। ਦਵਾਦਸ ਕੋਸਨ ਚੋਲਾ ਨਾਮ। ਹੇ ਸਤਿਗੁਰੂ ਜੀ, ਭਾਈ ਗੁਰਦਾਸ ਜੀ ਬੇਨਤੀ ਕਰਦੇ ਨੇ ਕਿ ਹੇ ਸਤਿਗੁਰੂ ਜੀ, ਇਸ ਪਾਵਨ ਸਥਾਨ ਤੋਂ ਤਕਰੀਬਨ 12 ਕੋ ਸ੍ਰੀ ਚੋਲਾ ਸਾਹਿਬ ਦਰਬਾਰ ਸਾਹਿਬ ਹੈ। ਸ੍ਰੀ ਅਰਜਨ ਥਲ ਹੈ ਤਿਸ ਗ੍ਰਾਮ। ਚੋਲਾ ਸਾਹਿਬ ਜਿਹੜਾ ਗੁਰਦੁਆਰਾ ਹੈ ਉਹ ਪਾਵਨ ਗੁਰੂ ਘਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਇਤਿਹਾਸਿਕ ਅਸਥਾਨ ਹੈ। ਚਲੋ ਤਹਾਂ ਦਰਸ਼ਨ ਕਰ ਲੀਜੈ। ਆਪ ਜੀ ਕਿਰਪਾ ਕਰੋ, ਉੱਥੇ ਵੀ ਜਾਣਾ ਕਰੀਏ, ਉੱਥੇ ਵੀ ਜਾ ਕਰਕੇ ਪਾਵਨ ਦਰਬਾਰ ਦੇ ਦਰਸ਼ਨ ਕਰਨਾ ਕਰੀਏ। ਨਰ ਨਾਰਨ ਕਰਤਾਰਥ ਕੀਜੈ। ਸਾਰੇ ਉੱਥੋਂ ਦੇ ਜਿਹੜੇ ਮਨੁੱਖ ਨੇ ਸਾਰਿਆਂ ਦੀ ਆਪ ਜੀ ਕਲਿਆਣ ਕਰਨਾ ਕਰੋ। ਸੁਨ ਮਾਨੀ ਸ੍ਰੀ ਹਰਗੋਬਿੰਦ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਸੋਂ ਇਸ ਤਰ੍ਹਾਂ ਬੇਨਤੀ ਵਾਲੇ ਬਚਨਾਂ ਨੂੰ ਸੁਣ ਕਰਕੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਚੋਲਾ ਸਾਹਿਬ ਵਿਖੇ ਜਾਣ ਵਾਸਤੇ ਸਤਿਗੁਰਾਂ ਨੇ ਤਿਆਰਾ ਕੀਤਾ। ਚੜੇ ਪ੍ਰਾਤ ਸੰਗ ਸੈਨਾ ਬ੍ਰਿੰਦ। ਇਸ ਤਰ੍ਹਾਂ ਸ਼ਾਮ ਵੇਲੇ ਪ੍ਰਾਤಃ ਕਾਲ ਵੇਲੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਾਰੀ ਫੌਜ ਦੇ ਸਮੇਤ ਘੋੜੇ ਤੇ ਚੜ੍ਹ ਕਰਕੇ ਤੁਰ ਪਏ। ਸਗਲ ਕੁਟਾਂਬ ਲਿਏ ਨਿਜ ਸਾਥ। ਸਾਰਾ ਪਰਿਵਾਰ, ਮਾਤਾ
ਦਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਮਰਵਾਹੀ ਜੀ, ਚਾਰੇ ਸੁਪੁੱਤਰ ਬਾਬਾ ਸੂਰਜਮਲ ਜੀ, ਅਣੀ ਰਾਏ ਜੀ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ, ਸਾਰੇ ਪਰਿਵਾਰ ਸਮੇਤ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਚੋਲਾ ਸਾਹਿਬ ਵਿਖੇ ਦਰਸ਼ਨ ਕਰਨ ਵਾਸਤੇ ਆਏ ਹਨ। ਜਾਏ ਪਹੁੰਚੇ ਦੀਨਾਨਾਥ, ਗਰੀਬਾਂ ਦੇ ਉੱਤੇ ਕਿਰਪਾ ਕਰਨ ਵਾਲੇ ਦੀਨਾ ਬੰਧੂ, ਦੀਨਾ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਚੋਲਾ ਸਾਹਿਬ ਦੇ ਪਾਵਨ ਇਤਿਹਾਸਿਕ ਗੁਰਧਾਮ ਵਿਖੇ ਪਹੁੰਚੇ ਹਨ। ਸ੍ਰੀ ਅਰਜਨ ਥਲ ਕੇ ਟਿਕ ਡੇਰਾ, ਜਿੱਥੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਾਵਨ ਸਥਾਨ ਹੈ, ਉੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਟਿਕਾਣਾ ਕੀਤਾ। ਘਰ ਬੈਠੇ ਤਹ ਦਰਸ਼ਨ ਹੇਰਾ, ਉੱਥੇ ਸਾਧ ਸੰਗਤ ਜੀ ਬੈਠ ਕਰਕੇ ਪਾਵਨ ਦਰਬਾਰ ਦੇ ਦਰਸ਼ਨ ਕੀਤੇ ਹਨ ਸਤਿਗੁਰਾਂ ਨੇ। ਤੀਰ ਤੀਰ ਜੇ ਗ੍ਰਾਮ ਬਸੰਤੇ, ਜਿਹੜੇ ਉਸ ਗੁਰੂ ਘਰ ਦੇ ਲਾਗੇ ਲਾਗੇ ਜਿੰਨੇ ਵੀ ਪਿੰਡ ਵਸ ਰਹੇ ਹਨ, ਗੁਰ ਆਗਵਨ ਜਾਨ ਪਹੁੰਚੰਤੇ, ਜਦੋਂ ਉਹਨਾਂ ਨੇ ਸਾਰੇ ਪਿੰਡਾਂ ਦੀਆਂ ਸੰਗਤਾਂ ਨੇ ਵੇਖਿਆ, ਜਾਣਿਆ ਕਿ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੇ ਆਏ ਹਨ, ਲੈ ਲੈ ਦੁਗਧ ਦਧੀ ਸਮੁਦਾਏ, ਸਾਰੇ ਨੇੜਲੇ ਪਿੰਡਾਂ ਦੀਆਂ ਸੰਗਤਾਂ ਨੇ, ਕਿਸੇ ਨੇ ਦੁੱਧ ਦੀ ਸੇਵਾ ਕੀਤੀ ਹੈ, ਕਿਸੇ ਨੇ ਦਹੀਂ ਕੋਈ ਲੈ ਕਰਕੇ ਆਇਆ ਹੈ। ਚੌਦਿਸ ਤੇ ਚੌਪਦ ਚਲ ਆਏ, ਬੜੇ ਚਾਅ ਦੇ ਨਾਲ ਕਿ ਸਤਿਗੁਰੂ ਜੀ ਆਏ ਨੇ, ਚਾਅ ਦੇ ਚਾਈ ਸਾਧ ਸੰਗਤ ਜੀ ਗੁਰੂ ਘਰ ਵੱਲ ਆਉਣਾ ਚਾਹੀਦਾ ਹੈ। ਜਦੋਂ ਵੀ ਆਉਣਾ ਚਾਹ ਹੋਵੇ ਕਿ ਸਤਿਗੁਰਾਂ ਦੇ ਦਰਸ਼ਨ ਕਰਨੇ ਨੇ, ਗੁਰਬਾਣੀ ਦਾ ਕੀਰਤਨ ਸੁਣਨਾ ਹੈ, ਗੁਰਬਾਣੀ ਦੀ ਕਥਾ ਸੁਣਨੀ ਹੈ, ਇਸ ਤਰ੍ਹਾਂ ਮਨ ਦੇ ਵਿੱਚ ਉਤਸ਼ਾਹ ਹੋਣਾ ਚਾਹੀਦਾ ਹੈ। ਸ੍ਰੀ ਹਰਗੋਬਿੰਦ ਪਿਤਾ ਸਥਾਨ, ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੇਖਿਆ ਕਿ ਸਾਡੇ ਪਿਤਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਇਹ ਪਾਵਨ ਸਥਾਨ ਹੈ। ਕੀਨ ਪ੍ਰਦਛਨ ਬੰਧਨ ਠਾਨ, ਸਤਿਗੁਰੂ ਜੀ ਨੇ ਬੜੀ ਪਿਆਰ ਨਾਲ, ਸ਼ਰਧਾ ਭਾਵਨਾ ਦੇ ਨਾਲ 3 ਵਾਰੀ ਸਾਧ ਸੰਗਤ ਜੀ ਪਰਿਕਰਮਾ ਕੀਤੀ ਹੈ ਪਾਵਨ ਸਥਾਨ ਦੀਆਂ। ਬੈਠ ਗਏ ਤਹ ਸਭਾ ਲਗਾਈ, ਉਸ ਦਰਬਾਰ ਦੇ ਵਿੱਚ ਸਤਿਗੁਰੂ ਜੀ ਨੇ ਆਪਣਾ ਦਰਬਾਰ ਲਗਾ ਕਰਕੇ ਸਾਰੀਆਂ ਸੰਗਤਾਂ ਦੇ ਸਮੇਤ ਇਸ ਤਰ੍ਹਾਂ ਬੈਠੇ ਹਨ। ਸਿੱਖ ਸੰਗਤ ਪਹੁੰਚੇ ਸਭ ਆਈ, ਸਾਰੀਆਂ ਸੰਗਤਾਂ ਨੇੜਲੇ ਪਿੰਡਾਂ ਦੀਆਂ ਆਣ ਕਰਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦੀਆਂ ਹਨ। ਕਰ ਜੋਰਤ ਅਰ ਨਮੋ ਕਰਨ ਤੇ, ਦੋਵੇਂ ਹੱਥ ਜੋੜ ਕਰਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਨੇ, ਡੰਡੌਤ ਬੰਦਨਾ ਕਰਦੇ ਹਨ। ਰਸਦ ਅੰਨ ਕੋ ਗਨ ਅਰਪੰਤੇ, ਬਹੁਤ ਸਾਰਾ ਰਸਤ ਪਾਣੀ, ਲੰਗਰ ਪਾਣੀ ਆਦਿਕ ਆਣ ਕਰਕੇ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਅਰਪਣਾ ਕਰਦੇ ਹਨ। ਜਥਾ ਸਖਤ ਕ੍ਰਿਤ ਪੈ ਦਧ ਲਿਆਏ, ਸਾਧ ਸੰਗਤ ਜੀ ਕੀ ਹੁੰਦਾ ਹੈ ਜੇ ਅਸੀਂ ਆਪਾਂ ਗੁਰੂ ਘਰ ਦੇ ਵਿੱਚ ਆਣ ਕਰਕੇ ਅਸੀਂ ਕੋਈ ਰਸਤ ਦਈਏ, ਇਹਦੇ ਨਾਲ ਹੁੰਦਾ ਕੀ ਹੈ? ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਸਮੇਂ ਦੀ ਸਾਖੀ ਹੈ। ਸਾਧ ਸੰਗਤ ਜੀ ਗਰੀਬ ਸਿੱਖ ਸਨ, ਝੁੱਗੀ ਵਿੱਚ ਰਹਿੰਦੇ ਸਨ। ਉਸ ਝੁੱਗੀ ਦੇ ਵਿੱਚ ਸਾਧ ਸੰਗਤ ਜੀ ਚਿੜੀ ਤੇ ਚਿੜਾ ਰਹਿੰਦੇ ਸਨ। ਉਹਨਾਂ ਨੇ ਆਪਣਾ ਆਲਣਾ ਬਣਾਇਆ ਸੀ। ਉਹਨਾਂ ਨੂੰ ਪਿਛਲੇ ਜਨਮ ਦਾ ਕੁਝ ਗਿਆਨ ਸੀ, ਕੁਝ ਮਾੜੇ ਕਰਮਾਂ ਕਰਕੇ ਉਹ ਸਾਧ ਸੰਗਤ ਜੀ ਅਧੋ ਜੋਨੀ ਦੇ ਵਿੱਚ ਪਏ। ਉਹਨਾਂ ਨੇ ਵੇਖਿਆ ਹੈ ਕਿ ਗਰੀਬ ਸਿੱਖ ਹੈ ਅਤੇ ਇਹਦੇ ਘਰ ਦੇ ਵਿੱਚ ਗਰੀਬੀ ਬੜੀ ਹੈ। ਉਹਨਾਂ ਨੇ ਕੀ ਕੀਤਾ, ਜਦੋਂ ਵੀ ਸਾਧ ਸੰਗਤ ਜੀ ਉਹਨਾਂ ਦੇ ਘਰ ਦੇ ਵਿੱਚ ਕੋਈ ਭੋਜਨ ਛਕਦਾ, ਕੋਈ ਭੋਜਨ ਬਣਾਉਂਦੇ, ਉਹਦੇ ਵਿੱਚੋਂ ਆਣ ਕਰਕੇ ਚੁੰਝ ਭਰ ਕਰਕੇ ਸਾਧ ਸੰਗਤ ਜੀ ਰਸਤ ਦੀ ਜਾ ਕਰਕੇ ਗੁਰੂ ਦੇ ਦਰਬਾਰ ਦੇ ਵਿੱਚ ਸਾਧ ਸੰਗਤ ਜੀ ਲੰਗਰ ਵਿੱਚ ਪਾ ਆਉਂਦੇ। ਉਹਨਾਂ ਸਾਧ ਸੰਗਤ ਚਿੜੀ ਤੇ ਚਿੜਾ ਨੇ ਇਹ ਕਰਨ ਲੱਗ ਪਏ ਰੋਜ਼ ਹੀ। ਜਿਵੇਂ ਜਿਵੇਂ ਸਾਧ ਸੰਗਤ ਜੀ ਰਸਤ ਜਿਹੜੀ ਇਹ ਲੰਗਰ ਵਿੱਚ ਪੈਂਦੀ ਸੀ, ਤਿਵੇਂ ਤਿਵੇਂ ਉਹ ਜਿਹੜੇ ਦੋਵੇਂ ਗੁਰਸਿੱਖ ਰਹਿੰਦੇ ਸਨ ਉਹਨਾਂ ਦੀ ਗਰੀਬੀ ਦੂਰ ਹੋ ਗਈ। ਇਸ ਕਰਕੇ ਗੁਰੂ ਘਰ ਦੇ ਵਿੱਚ ਸਾਧ ਸੰਗਤ ਜੀ ਆਪਣਾ ਦਸਵੰਧ ਦੇਣ ਦੇ ਨਾਲ ਆਪਣੇ ਘਰ ਦੇ ਵਿੱਚ ਜੋ ਵੀ ਕੁਝ ਆਪਾਂ ਬਣਾ ਦਿੰਦੇ ਹਾਂ, ਪਿਆਰ ਨਾਲ, ਸ਼ਰਧਾ ਭਾਵਨਾ ਨਾਲ, ਭਾਵੇਂ ਥੋੜ੍ਹੇ ਤੋਂ ਥੋੜ੍ਹਾ ਹੀ ਹੋਵੇ। ਗੁਰੂ ਤਾਂ ਹਿਰਦੇ ਦਾ ਪ੍ਰੇਮ ਵੇਖਦਾ ਹੈ। ਗੁਰੂ ਇਹ ਨਹੀਂ ਵੇਖਦਾ ਕਿ ਸਰਦਾਰ ਜੀ ਨੇ ਕਿੰਨੇ ਕੁ ਕਰੋੜ ਦਾਨ ਦਿੱਤੇ ਨੇ। ਗੁਰੂ ਇਹ ਵੇਖਦਾ ਹੈ ਦਾਨ ਦੇ ਪਿੱਛੇ ਭਾਵਨਾ ਕੀ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਣ ਦੇ ਪਿੱਛੇ ਮੰਗ ਕੀ ਖੜੀ ਹੈ, ਭਾਵਨਾ ਕੀ ਹੈ? ਇਹ ਲੈ ਕੇ ਆਇਆ ਦੇਣ ਵਾਸਤੇ ਕਿ ਮੰਗਣ ਵਾਸਤੇ ਆਇਆ ਹੈ? ਸਤਿਗੁਰੂ ਜੀ ਭਾਵਨਾ ਵੇਖਦੇ ਨੇ। ਇਸ ਕਰਕੇ ਜਿਹੋ ਜਿਹੀ ਭਾਵਨਾ ਹੋਵੇਗੀ
ਤਿਹੋ ਜਿਹੇ ਸਤਿਗੁਰੂ ਜੀ ਫਲ ਬਖਸ਼ਦੇ ਹਨ। ਚਾਹਤ ਸ੍ਰੇਯ ਕੋ ਆਨ ਚੜਾਏ। ਇਸ ਤਰ੍ਹਾਂ ਕੀ ਚਾਹੁੰਦੀਆਂ ਸੰਗਤਾਂ ਜਿਹੜੀਆਂ ਨੇ ਆਪਣਾ ਕਲਿਆਣ ਚਾਹੁੰਦੀਆਂ ਹਨ, ਇਸ ਕਰਕੇ ਆਣ ਕਰਕੇ ਗੁਰੂ ਘਰ ਦੇ ਵਿੱਚ ਦਾਨ ਕਰਦੀਆਂ ਹਨ। ਸ਼ਬਦ ਕੀਰਤਨ ਸੁੰਦਰ ਹੋਤ। ਗੁਰੂ ਘਰ ਦੇ ਵਿੱਚ ਦਾਨ ਵੀ ਦੇਣਾ ਹੈ ਤੇ ਸਾਧ ਸੰਗਤ ਜੀ ਸਭ ਤੋਂ ਵੱਡੀ ਦਾਤ ਜੇ ਇੱਥੇ ਗੁਰੂ ਘਰ ਵਿੱਚ ਲੈ ਕੇ ਜਾਣੀ ਹੈ ਉਹ ਹੈ ਗੁਰੂ ਦਾ ਸ਼ਬਦ। ਜਿੱਥੇ ਆਪਾਂ ਲੰਗਰ ਛਕਣਾ ਹੈ ਉੱਥੇ ਆਤਮਿਕ ਭੋਜਨ ਵੀ ਆਪਣੇ ਮਨ ਨੂੰ ਖਵਾਉਣਾ ਹੈ, ਉੱਥੇ ਸ਼ਬਦ ਦਾ ਸਾਧ ਸੰਗਤ ਜੀ ਕੀਰਤਨ ਵੀ ਸੁਣਨਾ ਹੈ, ਕਥਾ ਵਿੱਚ ਵੀ ਹਾਜ਼ਰੀ ਭਰਨੀ ਹੈ। ਇਸ ਤਰ੍ਹਾਂ ਨਹੀਂ ਕਿ ਮੌਕੇ 'ਤੇ ਆਏ ਲੰਗਰ ਛਕਿਆ ਤੇ ਘਰਾਂ ਨੂੰ ਗਏ। ਅੱਜ ਬਹੁਤਾਤ ਵਿੱਚ ਸ਼ਹਿਰਾਂ ਵਿੱਚ ਸਾਧ ਸੰਗਤ ਜੀ ਪਿੰਡਾਂ ਵਿੱਚ ਇਹ ਵੇਖਣ ਨੂੰ ਮਿਲਦਾ ਹੈ ਕਿ ਸੰਗਤ ਜਿਹੜੀ ਹੈ ਉਹ ਐਨ ਮੌਕੇ 'ਤੇ ਸ੍ਰੀ ਆਨੰਦ ਸਾਹਿਬ ਵੇਲੇ ਹੀ ਆਉਂਦੀ ਹੈ। ਹਰ ਥਾਂ 'ਤੇ ਜਿੱਥੇ ਵੀ ਜਾਈਦਾ ਹੈ ਇਹੀ ਵੇਖਣ ਨੂੰ ਮਿਲਦਾ ਹੈ ਕਿ ਸੰਗਤ ਐ ਬਿਲਕੁਲ ਸਮਾਪਤੀ ਵੇਲੇ ਆਉਂਦੀ ਹੈ। ਨਹੀਂ ਗੁਰਮੁਖੋ, ਕਥਾ ਕੀਰਤਨ ਕਿਹਨੇ ਸੁਣਨਾ ਜੀ? ਆਪਾਂ ਕਥਾ ਕੀਰਤਨ ਕੰਧਾਂ ਨੂੰ ਸੁਣਾਉਣਾ ਆ? ਕਥਾ ਕੀਰਤਨ ਕਿਹਦੇ ਵਾਸਤੇ ਹੈ? ਜੇ ਆਪਾਂ ਕਥਾ ਕੀਰਤਨ ਨਹੀਂ ਸੁਣਾਂਗੇ ਸਾਡੇ ਮਨ ਨੂੰ ਆਸਰਾ ਕਿਵੇਂ ਪ੍ਰਾਪਤ ਹੋਵੇਗਾ? ਮਨ ਵਿੱਚ ਸ਼ਾਂਤੀ ਕਿਵੇਂ ਪ੍ਰਾਪਤ ਹੋਵੇਗੀ? ਜੇ ਸੁਰ ਬਾਸੇ ਗਿਆਨ ਉਦੋਤ। ਇਸ ਤਰ੍ਹਾਂ ਸਾਧ ਸੰਗਤ ਜੀ ਆਪਣੇ ਹਿਰਦੇ ਦੇ ਵਿੱਚ ਗੁਰੂ ਦੇ ਦਰਬਾਰ ਵਿੱਚ ਆਣ ਕਰਕੇ ਸਾਹਮਣੇ ਬੈਠ ਕਰਕੇ ਗੁਰੂ ਦਾ ਕੀਰਤਨ ਸੁਣਾਂਗੇ, ਗੁਰਬਾਣੀ ਦੀ ਕਥਾ ਸੁਣਾਂਗੇ ਤਾਂ ਹਿਰਦੇ ਦੇ ਵਿੱਚ ਗਿਆਨ ਪੈਦਾ ਹੋਵੇਗਾ, ਸਾਡੀ ਕਲਿਆਣ ਹੋਵੇਗੀ, ਜੰਮਣ ਮਰਨ ਦੇ ਦੁੱਖ ਤੋਂ ਸਾਡਾ ਛੁਟਕਾਰਾ ਹੋਵੇਗਾ, ਸਾਰੇ ਪਾਪ ਨਾਸ ਹੋ ਜਾਣਗੇ, ਦੁੱਖਾਂ ਤਕਲੀਫਾਂ ਕਲੇਸ਼ਾਂ ਤੋਂ ਛੁਟਕਾਰਾ ਹੋਵੇਗਾ। ਨਾਮ ਜਪਾਂਗੇ ਮਨ ਸ਼ਾਂਤ ਹੋਵੇਗਾ, ਗੁਰੂ ਦਾ ਲੰਗਰ ਛਕਾਂਗੇ ਤਾਂ ਸਾਧ ਸੰਗਤ ਜੀ ਸਰੀਰ ਦੀ ਪਵਿੱਤਰਤਾ ਹੋਵੇਗੀ, ਸਰੀਰ ਦੇ ਵਿੱਚ ਸਾਰੇ ਰੋਗ ਨਾਸ ਹੋਣਗੇ। ਮੇਲ ਸਕੇਲਨ ਅਦਸੈ ਹੋਵਾ। ਇਸ ਤਰ੍ਹਾਂ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਆਣ ਕਰਕੇ ਗੁਰੂ ਦੇ ਦਰਬਾਰ ਵਿੱਚ ਹਾਜ਼ਰੀਆਂ ਭਰਦੀਆਂ ਹਨ। ਧਰੈ ਭਾਉ ਗੁਰ ਦਰਸ਼ਨ ਜੋਵਾ। ਗੁਰੂ ਦੇ ਦਰਸ਼ਨ ਕਰਦੇ ਨੇ, ਭਾਉ ਕਹਿੰਦੇ ਨੇ ਪ੍ਰੇਮ ਨਾਲ। ਗੁਰੂ ਦੇ ਦਰਸ਼ਨ ਕਿੱਦਾਂ ਕਰਨੇ ਨੇ? ਪ੍ਰੇਮ ਨਾਲ ਕਰਨੇ ਨੇ, ਸਤਿਕਾਰ ਨਾਲ ਕਰਨੇ ਨੇ, ਅਦਬ ਨਾਲ ਕਰਨੇ ਨੇ। ਸਰੀਰ ਦੀ ਜਿਹੜੀ ਬੋਡੀ ਲੈਂਗੁਏਜ ਹੈ ਨਾ ਸਾਧ ਸੰਗਤ ਜੀ, ਛਾਤੀ ਚੌੜੀ ਕਰਕੇ ਐ ਸਾਧ ਸੰਗਤ ਜੀ ਆਕੜ ਕੇ ਨਹੀਂ ਗੁਰੂ ਦੇ ਦਰਬਾਰ ਵਿੱਚ ਚੱਲਣਾ ਚਾਹੀਦਾ ਹੈ। ਹਮੇਸ਼ਾ ਨੀਵਾਂ ਹੋ ਕੇ, ਹਮੇਸ਼ਾ ਝੁੱਕ ਕੇ। ਜਿਹੜੇ ਨੀਵੇਂ ਹੋਣਗੇ ਉਹਨਾਂ ਦੀ ਸਾਧ ਸੰਗਤ ਜੀ ਬਰਕਤਾਂ ਹੋਣਗੀਆਂ, ਜਿਹੜੇ ਆਕੜ ਖਾਨ ਹੋਣਗੇ ਉਹਨਾਂ ਦਾ ਸਤਿਗੁਰੂ ਜੀ ਹੰਕਾਰ ਨਾਸ ਕਰਦੇ ਨੇ, ਉਹ ਗਰਭ ਪ੍ਰਹਾਰੀ ਹੈ, ਉਹ ਹੰਕਾਰ ਦੂਰ ਕਰਦੇ ਨੇ। ਇਸ ਕਰਕੇ ਹੰਕਾਰ ਤੋਂ ਬਚੀਏ, ਹਿਰਦੇ ਦੇ ਵਿੱਚ ਨਿਮਰਤਾ ਧਾਰਨ ਕਰੀਏ। ਜਿਨ੍ਹਾਂ ਦੇ ਹਿਰਦੇ ਵਿੱਚ ਨਿਮਰਤਾ ਹੈ ਉਹਨਾਂ ਨੇ ਸੰਸਾਰ ਦੇ ਸਾਰੇ ਸੁੱਖ ਪ੍ਰਾਪਤ ਕੀਤੇ ਨੇ, ਆਉਣ ਵਾਲੇ ਸਮੇਂ ਵਿੱਚ ਵੀ ਕਰਨਗੇ। ਜਿਹੜੇ ਹੰਕਾਰੀ ਹੋ ਕਰਕੇ ਚੜ੍ਹ ਕਰਕੇ ਆਉਣਗੇ ਉਹਨਾਂ ਦਾ ਤਿੰਨਾਂ ਕਾਲਾਂ ਦੇ ਵਿੱਚ ਪਤਨ ਹੋਵੇਗਾ, ਨਾਸ਼ ਹੋਣਗੇ। ਕਿਤਕ ਕਾਲ ਬੈਠੇ ਗੁਣ ਖਾਨੀ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਗੁਣਾਂ ਦੇ ਖਜ਼ਾਨੇ, ਕਿੰਨੇ ਕੁ ਗੁਣ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ। ਜਿੰਨੇ ਕੁ ਸਾਧ ਸੰਗਤ ਜੀ ਸਮੁੰਦਰ ਦਾ ਜਲ ਹੈ, ਸਮੁੰਦਰ ਦੇ ਵਿੱਚ ਜਿੰਨੀਆਂ ਲਹਿਰਾਂ ਉੱਠਦੀਆਂ ਨੇ ਨਾ, ਲਹਿਰਾਂ ਕੋਈ ਗਿਣ ਲਵੇ ਫਿਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਿੱਚ ਕਿੰਨੇ ਗੁਣ ਨੇ ਕੋਈ ਗਿਣ ਨਹੀਂ ਸਕਦਾ। ਇੰਨੇ ਗੁਣੀ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਭਾਨਾ ਪਿਕ ਸਥਾਨ ਕਹਿ ਬਾਨੀ। ਬਾਬਾ ਭਾਨਾ ਜੀ, ਭਾਈ ਭਾਨਾ ਜੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੇਖ ਕਰਕੇ ਸਾਧ ਸੰਗਤ ਜੀ ਇਸ ਤਰ੍ਹਾਂ ਬਚਨ ਕਰਦੇ ਹਨ। ਕਿਸ ਕਾਰਨ ਕਰ ਗੁਰ ਇਤ ਆਏ। ਭਾਈ ਭਾਨਾ ਜੀ ਨੇ ਪੁੱਛਣਾ ਕੀਤਾ ਕਿ ਹੇ ਸਤਿਗੁਰੂ ਜੀ ਦੱਸਣਾ ਕਰੋ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਸ ਪਿੰਡ ਵਿੱਚ ਕਿਵੇਂ ਆਉਣਾ ਕੀਤਾ? ਸਤਿਗੁਰਾਂ ਨੇ ਕਿਹੜਾ ਇੱਥੋਂ ਦਾ ਜਿਹੜਾ ਇਤਿਹਾਸ ਸੀ ਉਹਦੇ ਤਾਈਂ ਦੱਸਣਾ ਕਰੋ। ਕੋ ਕਾਰਜ ਕੀ ਨਸਮਨ ਭਾਏ। ਸਤਿਗੁਰੂ ਜੀ ਨੇ ਇੱਥੇ ਆਣ ਕਰਕੇ ਕਿਹੜਾ ਕੰਮ ਕੀਤਾ, ਕਿਹੜਾ ਕਾਰਜ ਸਵਾਰਿਆ ਹੈ? ਸੁਨ ਸਤਿਗੁਰ ਦੇਖਿਓ ਗੁਰਦਾਸ। ਭਾਈ ਭਾਨਾ ਜੀ ਦੀ ਬੇਨਤੀ ਨੂੰ ਸੁਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦੇ ਵੱਲ ਤੱਕਣਾ ਕੀਤਾ। ਕਹਿਓ ਹੋ ਤੋ ਇਹ ਪਿਤ ਕੇ ਪਾਸ। ਕਹਿਣਾ ਕੀਤਾ ਕਿ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵੇਲੇ ਉਸ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਨਾਲ ਸਨ। ਇਸ ਕਰਕੇ ਭਾਈ ਗੁਰਦਾਸ ਜੀ ਦੱਸ ਸਕਦੇ ਨੇ ਕਿ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਸ ਪਾਵਨ ਸਥਾਨ ਵਿੱਚ ਕਿਉਂ ਆਏ ਹਨ। ਗਾਥਾ ਤਬ ਕੀ ਸਗਰੀ ਜਾਣੈ। ਉਸ ਸਮੇਂ ਦੀ ਜਿਹੜੀ ਗਾਥਾ ਹੈ, ਕਥਾ ਹੈ, ਸਤਿਗੁਰੂ ਜੀ ਆਪ ਹੀ ਕਹਿੰਦੇ ਨੇ ਕਿ ਭਾਈ ਭਾਨਾ ਜੀ
ਭਾਈ ਗੁਰਦਾਸ ਜੀ ਪਾਸੋਂ ਆਪਾਂ ਸੁਣਨਾ ਕਰੀਏ। ਜਿਉ ਆਏ ਅਰ ਗਏ ਬਖਾਨੈ, ਜਿਵੇਂ ਸਤਿਗੁਰੂ ਜੀ ਆਏ ਨੇ ਕਿਵੇਂ ਆਉਣਾ ਹੋਇਆ ਤੇ ਕਿਵੇਂ ਸਤਿਗੁਰੂ ਜੀ ਇੱਥੋਂ ਗਏ ਹਨ। ਪਾਏ ਹੁਕਮ ਗੁਰ ਕੋ ਤਬ ਭਾਈ, ਇਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਹੁਕਮ ਨੂੰ ਪਾ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਥਨ ਕਰਨ ਲੱਗੇ। ਸਭਨ ਬਿਖੈ ਸੁਭ ਕਥਾ ਸੁਨਾਈ, ਸਾਰੀਆਂ ਸੰਗਤਾਂ ਦੇ ਸਾਹਮਣੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਕਥਾ ਜਿਹੜੀ ਹੈ ਉਹ ਸੁਣਾਉਣਾ ਕੀਤੀ। ਸੁਨ ਪਾਨਾ ਸਾਹਿਬ ਹਮ ਸੰਗ, ਹੇ ਭਾਈ ਭਾਨਾ ਜੀ ਸ੍ਰੇਸ਼ਟ ਕਥਾ ਦੇ ਤਾਈਂ ਸੁਣਨਾ ਕਰ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਲ ਮੈਂ ਸਾਂ। ਜਿਮ ਦੇਖਿਓ ਤਿਮ ਭਾਨੋ ਪ੍ਰਸੰਗ, ਜਿਵੇਂ ਮੈਂ ਆਪਣੇ ਇਹਨਾਂ ਅੱਖਾਂ ਦੇ ਨਾਲ ਵੇਖਿਆ ਹੈ ਤੱਕਿਆ ਹੈ ਤਿਵੇਂ ਸਾਰੇ ਪ੍ਰਸੰਗ ਨੂੰ ਆਪ ਜੀ ਦੇ ਤਾਈਂ ਦੱਸਣਾ ਕਰਦਾ ਹਾਂ। ਜਬ ਪ੍ਰਿਥੀਏ ਬਹੁ ਬਾਦ ਉਠਾਇਓ, ਜਦੋਂ ਪ੍ਰਿਥੀ ਚੰਦ ਨੇ ਬਹੁਤ ਕਲੇਸ਼ ਕੀਤਾ ਸੀ, ਗੁਰਤਾ ਗੱਦੀ ਮੈਨੂੰ ਚਾਹੀਦੀ ਹੈ, ਮੈਂ ਵੱਡਾ ਸਪੁੱਤਰ ਹਾਂ, ਮੈਨੂੰ ਦੇਣਾ ਚਾਹੀਦਾ ਸੀ ਗੁਰਤਾ ਗੱਦੀ, ਮੈਂ ਆ ਗੁਰਤਾ ਗੱਦੀ ਦਾ ਮਾਲਕ, ਮੈਂ ਆ ਵਾਰਿਸ, ਮੈਂ ਆ। ਇਸ ਤਰ੍ਹਾਂ ਸਾਧ ਸੰਗਤ ਜੀ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਜੀ ਨੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਲ ਬਹੁਤ ਝਗੜਾ ਕੀਤਾ ਹੈ। ਇੱਥੇ ਸਾਧ ਸੰਗਤ ਜੀ ਜਦੋਂ ਬੰਦਾ ਬਾਹਰ ਦੇ ਲੋਕਾਂ ਦੇ ਨਾਲ ਝਗੜਾ ਕਰੇ ਨਾ ਤੇ ਸਾਧ ਸੰਗਤ ਜੀ ਇੰਨਾ ਟੁੱਟਦਾ ਨਹੀਂ ਅੰਦਰੋਂ ਜਿੰਨਾ ਸਾਧ ਸੰਗਤ ਜੀ ਭਰਾ ਦੇ ਝਗੜੇ ਦੇ ਵਿੱਚ ਬੰਦਾ ਅੰਦਰੋਂ ਟੁੱਟਦਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਾਹਰੋਂ ਇੰਨਾ ਨਹੀਂ ਟੁੱਟਦਾ ਜਿੰਨਾ ਸਾਧ ਸੰਗਤ ਜੀ ਸਾਨੂੰ ਸਾਡੇ ਆਪਣੇ ਅੰਦਰੋਂ ਤੋੜਦੇ ਨੇ। ਇਸ ਕਰਕੇ ਸਾਧ ਸੰਗਤ ਜੀ ਬਹੁਤ ਇਹ ਦੁਖਾਂਤ ਹੈ ਜਦੋਂ ਪਰਿਵਾਰ ਟੁੱਟਦਾ ਹੈ, ਜਦੋਂ ਪਰਿਵਾਰ ਬਿਖਰਦਾ ਹੈ, ਜਦੋਂ ਭਰਾ ਦੇ ਝਗੜੇ ਹੁੰਦੇ ਨੇ ਨਾ, ਉਦੋਂ ਮਹਾਭਾਰਤ ਵੇਖੋ ਤੁਸੀਂ। ਸਾਧ ਸੰਗਤ ਜੀ ਪਾਂਡਵਾਂ ਨੇ ਸਿਰਫ ਇਹੀ ਕਿਹਾ ਸੀ ਕਿ ਸਾਨੂੰ 5 ਪਿੰਡ ਚਾਹੀਦੇ ਨੇ, ਸਿਰਫ 5 ਪਿੰਡ ਹੀ ਦੇ ਦੇ। ਕਿ ਦੁਰਯੋਧਨ ਨੇ ਕੀ ਕਿਹਾ ਸੀ ਕਿ ਸੂਈ ਦੇ ਨੱਕੀ ਜਿੰਨੀ ਵੀ ਮੈਂ ਥਾਂ ਨਹੀਂ ਜੇ ਦੇਣੀ। ਹੱਕ ਸੀ ਨਾ ਉਹਨਾਂ ਦਾ, ਬਣਦਾ ਹੱਕ ਤਾਂ ਦੇਣਾ ਚਾਹੀਦਾ ਸੀ। ਸੂਈ ਦੇ ਨੱਕੇ ਜਿੰਨੀ ਵੀ ਮੈਂ ਥਾਂ ਨਹੀਂ ਜੇ ਦੇਣੀ। ਫਿਰ ਹੋਇਆ ਕਿ ਦੁਰਯੋਧਨ ਦੇ 100 ਭਰਾ ਮਾਰੇ ਗਏ। ਸਾਧ ਸੰਗਤ ਜੀ 100 ਭਰਾ ਮਰ ਗਏ। ਸਿਰਫ ਭਰਾਵਾਂ ਦਾ ਝਗੜਾ ਹੀ ਸੀ, ਹੋਰ ਕੁਝ ਨਹੀਂ। ਆਪਸ 'ਚ ਹੀ ਲੜਾਈ ਹੈ, ਜ਼ਮੀਨ ਜਾਇਦਾਦਾਂ ਕਰਕੇ ਆਪਸ 'ਚ ਲੜ ਮਰਦੇ ਨੇ, ਇੱਕ ਦੂਸਰਿਆਂ ਦੇ ਬੱਚੇ ਮਾਰਨ ਤੱਕ ਜਾਂਦੇ ਆ। ਬੀਬੀ ਕਰਮੋ ਜੀ ਨੇ ਕਿੰਨੀ ਵਾਰੀ ਯਤਨ ਕੀਤਾ ਕਿ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਾਰ ਮੁਕਾਇਆ ਜਾਵੇ। ਕਿਹੋ ਜੀ ਸਾਧ ਸੰਗਤ ਜੀ ਬੁੱਧੀ ਹੈ, ਪੈਸੇ ਪਿੱਛੇ ਅਸੀਂ ਆਪਣਿਆਂ ਨੂੰ ਹੀ ਮਾਰ ਰਹੇ ਹਾਂ। ਗੁਰੂ ਮਹਾਰਾਜ ਕਿਰਪਾ ਕਰਨ ਸਾਨੂੰ ਆਪਣਿਆਂ ਦੀ ਪਛਾਣ ਆਵੇ। ਇੱਕ ਤਾਂ ਸਾਧ ਸੰਗਤ ਜੀ ਜਿਹੜਾ ਸ਼ਰਾਬੀ ਬੰਦਾ ਹੁੰਦਾ ਹੈ ਨਾ, ਆਪਣਾ ਪਰਾਇਆ ਨਾ ਪਛਾਣਾਈ, ਖਸਮੋਂ ਧੱਕੇ ਖਾਏ। ਜਿਹੜਾ ਬੰਦਾ ਸ਼ਰਾਬੀ ਹੈ ਨਾ, ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਆਪਣਾ ਕੀ ਹੈ ਅਤੇ ਬੇਗਾਨਾ ਕੀ ਹੈ, ਆਪਣਾ ਕੌਣ ਹੈ ਅਤੇ ਪਰਾਇਆ ਕੌਣ ਹੈ। ਸ਼ਰਾਬੀ ਬੰਦੇ ਨੂੰ ਇਹਦੀ ਸਮਝ ਨਹੀਂ ਜੇ ਹੁੰਦੀ। ਇਸ ਕਰਕੇ ਪਰਿਵਾਰਕ ਝਗੜਿਆਂ ਤੋਂ ਹੀ ਸਾਧ ਸੰਗਤ ਜੀ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਇਸ ਆਪਣੇ ਭਰਾਵਾਂ ਦੇ ਨਾਲ, ਆਪਣੀਆਂ ਭੈਣਾਂ ਦੇ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਰੱਖਣਾ ਹੈ। ਪ੍ਰਿਥੀ ਚੰਦ ਨੇ ਬਹੁਤ ਕਲੇਸ਼ ਕੀਤੇ ਨੇ, ਇੱਥੋਂ ਤੱਕ ਕਿ ਆਪਣੇ ਛੋਟੇ ਭਰਾ ਦੀ ਸਾਧ ਸੰਗਤ ਜੀ ਸ਼ਿਕਾਇਤ ਜਹਾਂਗੀਰ ਤੱਕ ਜਾ ਕੇ ਕੀਤੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਦੇ ਬੱਚੇ ਨੂੰ ਜਾਂ ਇਹਨਾਂ ਦੇ ਪਰਿਵਾਰ ਨੂੰ ਮਾਰ ਮੁਕਾਇਆ ਜਾਵੇ ਅਤੇ ਗੁਰਤਾ ਗੱਦੀ ਜਿਹੜੀ ਹੈ ਮੈਨੂੰ ਪ੍ਰਾਪਤ ਹੋਵੇ। ਗਾਰ ਰਾਰ ਧਨ ਤੇ ਗਰਬਾਇਓ, ਬਹੁਤਾ ਧਨ ਸੀ ਕੋਲ ਤੇ ਸਾਧ ਸੰਗਤ ਜੀ ਹੰਕਾਰੀ ਬਹੁਤ ਹੋਣ ਕਰਕੇ ਸ਼ਾਂਤ ਰੂਪ ਸ੍ਰੀ ਅਰਜਨ ਦੇਵ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸ਼ਾਂਤੀ ਦੇ ਸੋਮੇ ਸਹੀ ਨ ਕਲਹਾ ਕਰੀ ਅਤੇਵ। ਆਪਣੇ ਵੱਡੇ ਭਰਾਤਾ ਪਾਸੋਂ ਜਿਹੜਾ ਕਲੇਸ਼ ਹੋ ਰਿਹਾ ਸੀ, ਕਲੇਸ਼ ਪਾ ਰਿਹਾ ਸੀ, ਕੁਪੱਤ ਕਰ ਰਿਹਾ ਸੀ, ਉਹ ਕਲੇਸ਼ ਸਤਿਗੁਰਾਂ ਪਾਸੋਂ ਸਹਾਰਿਆ ਨਹੀਂ ਗਿਆ। ਨਿਕਸੇ ਵਹਿਰ ਸੋ ਆਏ ਸ੍ਰਿਹਾਲੀ, ਸਤਿਗੁਰੂ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਛੱਡ ਦਿੱਤਾ। ਵੇਖੋ ਸਾਧ ਸੰਗਤ ਜੀ ਭਰਾਵਾਂ ਦੇ ਝਗੜਿਆਂ ਵਿੱਚ ਕੀ ਹੋਇਆ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਤੱਤੀ ਤਵੀ 'ਤੇ ਬੈਠਣਾ ਪਿਆ। ਭਰਾਵਾਂ ਦੇ ਝਗੜਿਆਂ ਕਰਕੇ ਇਹ ਸਾਰਾ ਕੁਝ ਹੋਇਆ। ਇਸ ਕਰਕੇ ਆਪਾਂ ਆਪਣੇ ਇਤਿਹਾਸ ਤੋਂ ਸਿੱਖਿਆ ਲੈਣੀ ਹੈ। ਕਿਵੇਂ ਲੈਣੀ ਹੈ ਆਪਾਂ ਆਪਣੇ ਇਤਿਹਾਸ ਤੋਂ ਹੀ। ਅਸੀਂ ਆਪਣੇ ਰਿਸ਼ਤਿਆਂ ਨੂੰ ਕਿਵੇਂ ਸੰਭਾਲਣਾ ਹੈ। ਕਿਉਂ ਜਿੱਥੇ ਸਾਧ ਸੰਗਤ ਜੀ ਗੁਰੂ ਦੀ ਮੱਤ ਹੋਵੇਗੀ ਜਿਸ ਪਰਿਵਾਰ ਵਿੱਚ, ਉੱਥੇ ਕਲੇਸ਼ ਨਹੀਂ ਹੋਵੇਗਾ। ਜਿੱਥੇ ਅਸੀਂ ਆਪਣੀ ਮੱਤ ਰੱਖਾਂਗੇ ਉੱਥੇ ਝਗੜੇ ਹੋਣਗੇ, ਕਲੇਸ਼ ਪੈਦਾ ਹੋਵੇਗਾ। ਸਾਧ ਸੰਗਤ ਜੀ ਗੁਰਬਾਣੀ ਦਾ ਫੁਰਮਾਨ ਹੈ, ਕੋਟ ਕਲੇਸ਼ ਤਿਸ ਊਪਜਹਿ ਜਿਸਨੂੰ ਵਿਸਰੈ ਨਾਉ। ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਵਿਸਾਰਿਆ,
ਉਹਨਾਂ ਦੇ ਘਰਾਂ ਦੇ ਵਿੱਚ ਕਰੋੜਾਂ ਹੀ ਕਲੇਸ਼ ਪੈਦਾ ਹੁੰਦੇ ਨੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਦਾ ਸਿਮਰਨ ਕਰੀਏ, ਨਿਤਨੇਮ ਨਾਲ ਜੁੜੀਏ, ਆਪ ਵੀ ਸਾਧ ਸੰਗਤ ਘਰਾਂ ਦੇ ਵਿੱਚ ਵੀ ਨਿਤਨੇਮ ਕਰੀਏ। ਸਾਰਿਆਂ ਬੱਚਿਆਂ ਨੂੰ ਪਰਿਵਾਰਾਂ ਦੇ ਸਮੇਤ ਇੱਕ ਦਿਨ ਤਾਂ ਬੈਠ ਕਰਕੇ ਸਾਰਾ ਪਰਿਵਾਰ ਇਕੱਠਾ ਹੋ ਕਰਕੇ ਸ੍ਰੀ ਰਹਿਰਾਸ ਸਾਹਿਬ ਦਾ ਪਾਠ ਕਰੀਏ। ਇਕੱਠੇ ਹੋ ਕਰਕੇ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਈਏ। ਘਰਾਂ ਘਰਾਂ ਵਿੱਚ ਬੈਠ ਕਰਕੇ ਸ੍ਰੀ ਸੁਖਮਨੀ ਸਾਹਿਬ ਦਾ ਜਾਪ ਕਰੀਏ। 10-15 ਮਿੰਟ, ਅੱਧਾ ਘੰਟਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀਏ। ਇਹਦੇ ਨਾਲ ਇਕੱਠੇ ਬੈਠਾਂਗੇ, ਗੁਰੂ ਦਾ ਸਿਮਰਨ ਕਰਾਂਗੇ, ਸਾਡੇ ਮਨ ਵਿੱਚ ਦਵੈਸ਼ ਜਿਹੜਾ ਹੈ, ਨੈਗੇਟਿਵ ਥਾਟਸ ਜਿਹੜੇ ਨੇ ਉਹ ਨਾਸ ਹੋਣਗੇ। ਡੇਰਾ ਕੀਨ ਕਿਤਕ ਸਿੱਖ ਨਾਲੀ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅੰਮ੍ਰਿਤਸਰ ਸ਼ਹਿਰ ਛੱਡ ਕਰਕੇ ਇੱਥੇ ਸਾਧ ਸੰਗਤ ਜੀ ਤਰਨ ਤਾਰਨ ਸਾਹਿਬ ਦੇ ਲਾਗੇ ਸਰਹਾਲੀ ਪਿੰਡ ਹੈ, ਇਸ ਨਗਰ ਦੇ ਵਿੱਚ ਸਤਿਗੁਰੂ ਜੀ ਆਏ ਹਨ। ਹੋਰ ਜਨ ਮਿਲੇ ਆਨ ਕਰ ਸਾਰੇ। ਨਗਰ ਦੇ ਸਾਰੇ ਲੋਕ ਆਣ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਅਰਬ ਉਪਾਇਨ ਬੰਧਨ ਧਾਰੇ। ਨਮਸਕਾਰਾਂ ਕੀਤੀਆਂ ਨੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾਵਾਂ ਅਰਪਣ ਕਰਦੇ ਹਨ। ਗੁਰੂ ਕਹਿਓ ਦੀਜੈ ਕੋ ਥਾਨ। ਦੇਖੋ ਸਾਰੇ ਨਿਥਾਵਾਂ ਦੇ ਥਾਨ ਨੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ। ਸਾਰੇ ਸੰਸਾਰ ਨੂੰ ਸੰਭਾਲਣ ਵਾਲੇ ਨੇ, ਧਰਤੀ ਨੂੰ ਵੀ ਧੀਰਜ ਬਖਸ਼ਣਹਾਰ ਨੇ, ਪਰ ਪਿੰਡਾਂ ਦੇ ਲੋਕਾਂ ਵਿੱਚ ਆ ਕਰਕੇ ਬੇਨਤੀ ਕਰਦੇ ਨੇ, ਕਹਿੰਦੇ ਨੇ ਸਾਨੂੰ ਕੋਈ ਥਾਂ ਦੇ ਦਿਓ, ਇੱਥੇ ਟਿਕਾਣਾ ਦੇ ਦਿਓ, ਅਸੀਂ ਟਿਕਣਾ ਆ ਕਿਤੇ ਜਾ ਕੇ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕੋਈ ਦਵੈਸ਼ ਨਹੀਂ ਕੀਤਾ, ਕੋਈ ਮੰਦੇ ਚੰਗੇ ਬੋਲ ਨਹੀਂ ਬੋਲੇ ਕਿਸੇ ਨੂੰ ਇਹੋ ਜਿਹੇ ਬਚਨ ਨਹੀਂ ਕੀਤੇ ਜਿਹਦੇ ਕਰਕੇ ਕਿਸੇ ਦਾ ਹਿਰਦਾ ਦੁਖਦਾ ਹੋਵੇ। ਤਾਂ ਵੀ ਸਾਧ ਸੰਗਤ ਜੀ ਪਰਿਵਾਰਕ ਰਿਸ਼ਤਿਆਂ ਨੇ ਬਹੁਤ ਈਰਖਾ ਕੀਤੀ ਹੈ। ਇੰਨਾ ਕੁ ਝਗੜਾ ਪਾਇਆ ਕਿ ਸਤਿਗੁਰੂ ਜੀ ਆਪ ਸ੍ਰੀ ਅੰਮ੍ਰਿਤਸਰ ਸਾਹਿਬ ਛੱਡ ਕਰਕੇ ਸਰਹਾਲੀ ਪਿੰਡ ਆ ਕਰਕੇ ਟਿਕਣਾ ਕੀਤਾ। ਕੋ ਦਿਨ ਕਰੈ ਬੈਠ ਗੁਜਰਾਨ। ਕਿੰਨਾ ਕੁ ਦਿਨ ਸਤਿਗੁਰੂ ਜੀ ਉੱਥੇ ਆਣ ਕਰਕੇ ਟਿਕੇ ਹਨ। ਸੋਨਪੁਰ ਜਨ ਦੀਨੋ ਸੁਭ ਥਾਉ। ਇਸ ਤਰ੍ਹਾਂ ਸਾਧ ਸੰਗਤ ਜੀ ਪਿੰਡਾਂ ਦੇ ਲੋਕਾਂ ਨੇ ਆਣ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ, ਜਿੱਥੇ ਚੋਲਾ ਸਾਹਿਬ ਦਰਬਾਰ ਹੈ, ਉਹ ਥਾਂ ਸਤਿਗੁਰੂ ਜੀ ਨੂੰ ਟਿਕਣ ਵਾਸਤੇ ਦੇਣਾ ਕੀਤਾ। ਸਭ ਮਿਲ ਕਰਤ ਭਏ ਬਹੁ ਭਾਉ। ਸਾਰਿਆਂ ਨੇ ਵੇਖ ਕਰਕੇ ਦਰਸ਼ਨ ਕਰਕੇ ਬਹੁਤਾ ਹਿਰਦੇ ਵਿੱਚ ਪ੍ਰੇਮ ਧਾਰਨ ਕੀਤਾ। ਸਤਿਗੁਰਾਂ ਦੇ ਦਰਸ਼ਨ ਹੀ ਇਹੋ ਜਿਹੇ ਨੇ ਕਿ ਹਿਰਦੇ ਵਿੱਚ ਪ੍ਰੇਮ ਪੈਦਾ ਹੁੰਦਾ ਹੈ। ਦਿਨ 2-4 ਬਾਸ ਜਬ ਠਾਨਾ। ਜਦੋਂ ਸਾਧ ਸੰਗਤ ਜੀ 4 ਦਿਨ ਬਤੀਤ ਹੋਏ ਨੇ, ਸੁਨ ਸਿੱਖ ਗਨ ਆਨ ਮਹਾਨਾ। ਸਾਰੇ ਮਹਾਨ ਸਿੱਖ ਜਿਹੜੇ ਨੇ ਨੇੜਲੇ ਪਿੰਡਾਂ ਦੇ ਆਣ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਏ ਹਨ। ਪੂਜਾ ਕਰੈ ਅਕੋਰ ਚੜਾਵੈ। ਪੂਜਾ ਕਰਦੇ ਨੇ ਸਤਿਗੁਰੂ ਜੀ ਦੀ ਤੇ ਭੇਟਾਵਾਂ ਅਰਪਣ ਕਰਦੇ ਹਨ। ਭਾਈ ਪੀਰ ਆਵਦ ਇੱਕ ਜਾਵੈ। ਬਹੁਤਾ ਭੀੜ ਹੋ ਗਈ ਸੰਗਤਾਂ ਦੀ, ਸੰਗਤਾਂ ਆਉਂਦੀਆਂ ਨੇ ਤੇ ਜਾਂਦੀਆਂ ਹਨ ਦਰਸ਼ਨ ਕਰਕੇ। ਜੋਗੀ ਬਸਤ ਗੁਰੂਪੁਰ ਜਨ ਕੋ। ਉੱਥੇ ਸਾਧ ਸੰਗਤ ਜੀ ਇੱਕ ਜੋਗੀ ਵਸਦਾ ਸੀ। ਉਹ ਸਾਧ ਸੰਗਤ ਜੀ ਉਹਦਾ ਹਿਰਦਾ ਈਰਖਾ ਨਾਲ ਭਰਿਆ। ਉਹਨੇ ਵੇਖਿਆ ਕਿ ਇਹ ਸਤਿਗੁਰੂ ਜੀ ਇੱਥੇ ਆ ਕਰਕੇ ਬੈਠ ਗਏ ਨੇ, ਹੁਣ ਲੋਕੀ ਮੈਨੂੰ ਮੱਥਾ ਟੇਕਣਾ ਛੱਡ ਕਰਕੇ ਇਹਨਾਂ ਨੂੰ ਮੱਥਾ ਟੇਕਣਗੇ। ਉਹ ਵੀ ਸਾਧ ਸੰਗਤ ਜੀ ਈਰਖਾ ਕਰਨ ਲੱਗ ਪਿਆ। ਫਿਰ ਉਹਨਾਂ ਨੇ ਪਿੰਡ ਦੇ ਲੋਕਾਂ ਨੂੰ ਇਸ ਤਰ੍ਹਾਂ ਭਰਮ ਪਾਇਆ ਕਿ ਇਹ ਕੋਈ ਸਤਿਗੁਰੂ ਨਹੀਂ, ਇਹ ਤਾਂ ਚੋਰ ਨੇ, ਇਹ ਚੋਰੀ ਕਰਨ ਵਾਸਤੇ ਆਏ ਨੇ, ਇੱਥੇ ਸਾਰੇ ਪਿੰਡ 'ਚ ਕਬਜ਼ਾ ਕਰ ਲੈਣਗੇ, ਤੁਹਾਨੂੰ ਇੱਥੋਂ ਕੱਢ ਦੇਣਗੇ। ਇੱਦਾਂ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਪਿੰਡਾਂ ਦੇ ਲੋਕਾਂ ਨੂੰ ਵਰਗਾ ਲਿਆ। ਫਿਰ ਸਾਧ ਸੰਗਤ ਜੀ ਪਿੰਡਾਂ ਦੇ ਲੋਕ ਇਕੱਠੇ ਹੋ ਕਰਕੇ ਆਏ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਇੱਥੋਂ ਚਲੇ ਜਾਓ। ਉਦੋਂ ਫਿਰ ਸਾਧ ਸੰਗਤ ਜੀ ਸਤਿਗੁਰੂ ਜੀ ਮਨ ਵਿੱਚ ਥੋੜ੍ਹਾ ਜਿਹਾ ਰੋਸ ਆਇਆ। ਸਤਿਗੁਰੂ ਜੀ ਨੇ ਇੱਕ ਇੱਟ ਵਗਾ ਕੇ ਮਾਰੀ ਹੈ, ਉਹਦੇ 4 ਟੁਕੜੇ ਹੋਏ ਨੇ। ਭਾਈ ਸਾਹਿਬ ਭਾਈ ਬਾਬਾ ਬੁੱਢਾ ਜੀ ਆਣ ਕਰਕੇ 3 ਟੁਕੜੇ ਜਿਹੜੇ ਨੇ ਉਹਨਾਂ ਨੇ ਇਕੱਠਿਆਂ ਕਰਕੇ ਆਪਣੇ ਕੋਲ ਰੱਖੇ। ਇੱਕ ਟੁਕੜਾ ਜਿਹੜਾ ਹੈ ਉਹ ਲੱਭਾ ਨਹੀਂ। ਇਸ ਕਰਕੇ ਅੱਜ ਵੀ ਪਿੰਡ ਸਰਹਾਲੀ ਵਿਖੇ 3 ਥਾਂ 'ਤੇ ਸਾਧ ਸੰਗਤ ਜੀ ਅਨਾਜ ਜਿਹੜਾ ਹੈ ਉਹ ਪੈਦਾ ਹੁੰਦਾ ਹੈ। ਇੱਕ ਥਾਂ ਜਿਹੜੀ ਹੈ ਕੋਰੀ ਬਿਲਕੁਲ ਬੰਜਰ ਜ਼ਮੀਨ ਹੈ, ਉੱਥੇ ਕਿਸੇ ਤਰ੍ਹਾਂ ਦੀ ਵੀ ਕੋਈ ਅਨਾਜ ਜਿਹੜਾ ਹੈ ਉਹ ਪੈਦਾ ਨਹੀਂ ਜੇ ਹੁੰਦਾ, ਅੱਜ ਵੀ ਨਹੀਂ ਹੁੰਦਾ। ਇਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਧ ਸੰਗਤ ਜੀ ਕੌਤਕ ਕੀਤਾ ਸੀ। ਸਰਹਾਲੀ ਪਿੰਡ ਗੁਰੂ ਘਰ ਦਾ ਅਸਥਾਨ ਹੈ, ਚੋਲਾ ਸਾਹਿਬ, ਜਿੱਥੇ ਅੱਜ ਵੀ ਸਤਿਗੁਰੂ ਜੀ ਦੇ ਪਾਵਨ ਕੌਤਕ ਜਿਹੜੇ ਨੇ ਹੋ ਰਹੇ ਨੇ। ਸੰਗਤਾਂ ਆਣ ਕਰਕੇ ਦਰਸ਼ਨ ਕਰਦੀਆਂ ਨੇ। ਇਹ ਸਾਧ ਸੰਗਤ ਜੀ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਇਹਨੂੰ ਅਸੀਂ ਆਪਣੇ ਹਿਰਦੇ ਵਿੱਚ ਵਸਾਈਏ, ਜਿਹਦੇ ਕਰਕੇ ਸਾਡਾ ਲੋਕ ਪਰਲੋਕ ਸਵਰੇ ਜੀ। ਦਿਨ 2-4 ਬਾਸ ਜਬ ਠਾਨਾ।
ਸੁਨ ਸੁਨ ਸਿੱਖ ਗਨ ਆਨ ਮਹਾਨਾ ਪੂਜਾ ਕਰੈ ਅਕੋਰ ਚੜਾਵੈ ਭਾਈ ਪੀਰ ਆਵਤ ਇਕ ਜਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।